गुर बाणी कहै सेवक जन मानै, परतख गुरु निस्तारे। सो कहो टल गुर सेवियैं, अहनिस सहज सुभाए। दर्शन परसें गुरु कै, जन्म मरण दुख जाए। होवै सिफत खसम दी, नूर अरशों कुरसों चटियै। तुद डिठे सच्चे पातशाह, मल जन्म जन्म दी कटियै। आसन लोए लोए भंडार, जो किछ पाया सो एका वार। आसन लोए लोए भंडार, जो किछ पाया सो एका वार। कर कर वेखै सिरजनहार, नानक सच्चे की साची कार। आदेश तिसै आदेश, आद अनील अनाद अनाहत। जुग जुग एको वेश, आदेश तिसै आदेश। आद अनील अनाद अनाहत, जुग जुग एको वेश। वाहिगुरु जी का खालसा, वाहिगुरु जी की फतेह। धन धन साहिब श्री गुरु हरकृष्ण साहिब महाराज जियां दे पावन पवित्र चरण छो प्राप्त इतिहासक स्थान गुरुद्वारा श्री बंगला साहिब जी विखे चल रही इलाही बाणी दी विचार का समा है। श्री जपजी साहिब की बाणी दी लड़ीवार विचार विचों अज 31वीं पौड़ी की विचार का समा है। आओ बड़े प्यार सत्कार नाल सिंह साहिब जसबीर सिंह जी रोडे वालों पासों पावन बाणी की विचार श्रवण करिए। गुरुद्वारा बंगला साहिब विखे चल रही सेवावां विच तन मन धन नाल सहयोग करके गुरु घर दियां खुशियां प्राप्त करो जी। गुरुद्वारा बाला साहिब विखे हॉस्पिटल डिस्पेंसरी गुरुद्वारा बंगला साहिब ते होर कार सेवावां च आप जी तन मन धन नाल सेवा करो। दसंद विचों गुरु घर की सेवा करके लाहा प्राप्त करो जी। आओ अगले समय वास्ते बड़े प्यार सत्कार नाल सिंह साहिब जी पासों इलाही बाणी की विचार श्रवण करिए। फतेह बुलाओ जी। वाहिगुरु जी का खालसा, वाहिगुरु जी की फतेह। वाहिगुरु जी। ज्ञान ध्यान किस कर्म न जाना, सार न जाना तेरी। तब ते वड्डा सतगुर नानक, जिन कल राखी मेरी। बाणी गुरु गुरु है बाणी, विच बाणी अमृत सारे। गुर
ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ। ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਘਟ ਮਰੈ ਕਬੂ ਨ ਛਾਡੈ ਖੇਤ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਜਗਤ ਨੂੰ ਤਾਰਨਹਾਰ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸਰਬ ਸ਼ਕਤੀਮਾਨ ਜਬਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬੜੀ ਸ਼ਰਧਾ ਦੇ ਨਾਲ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਨੇ ਕਿ ਇਹ ਅਕਾਲ ਪੁਰਖ ਨੇ ਇੱਕ ਪੈਗਾਮ ਭੇਜਿਆ, ਸੁਨੇਹਾ ਭੇਜਿਆ, ਇੱਕ ਹੁਕਮ ਭੇਜਿਆ ਕਿ ਗੁਰੂ ਕੋ ਸਿੱਖੋ। ਜਿਹੜਾ ਗੁਰੂ ਕੀ ਬਾਣੀ ਦਾ ਕੀਰਤਨ ਹੈ ਇਹ ਮਨੁੱਖਤਾ ਦਾ ਕਲਿਆਣਕਾਰੀ ਹੈ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਇਹ ਬਚਨ ਅਸੀਂ ਤੇ ਤੁਹਾਨੂੰ ਦੱਸ ਰਹੇ ਹਾਂ। ਅਸਲੀਅਤ ਵਿੱਚ ਇਹ ਜਿਹੜੇ ਬਚਨ ਨੇ ਇਹ ਅਕਾਲ ਪੁਰਖ ਦੇ ਨੇ, ਰੱਬ ਦੇ ਨੇ। ਹਜ਼ੂਰ ਫਰਮਾਉਂਦੇ ਨੇ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ। ਇਹ ਨਾਨਕ ਸੁਣ ਰੇ ਮਨਾ ਕਰ ਕੀਰਤਨ ਹੋਏ ਉਧਾਰ। ਕੀਰਤਨ ਨਿਰਮੋਲਕ ਹੀਰਾ ਜਿਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਉਹ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਕੇ ਪਿਆਰਿਆਂ ਨੇ ਰਾਗੀ ਜੱਥੇ ਨੇ ਬੜੇ ਪ੍ਰੇਮ ਸ਼ਰਧਾ ਦੇ ਨਾਲ ਸੰਗਤਾਂ ਨੂੰ ਸਰਵਣ ਕਰਵਾਏ ਨੇ। ਕਥਾ ਦਾ ਸਮਾਂ ਆਇਆ ਹੈ, ਆਓ ਸਾਰੇ ਗੁਰੂ ਕੇ ਪਿਆਰੇ ਗੁਰੂ ਕੀਆਂ ਸੰਗਤਾਂ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਹੀ ਨਾਮ ਬਾਣੀ ਦਾ ਨਿਤਨੇਮ ਦਾ ਸੇਵਾ ਸਿਮਰਨ ਦਾ ਆਨੰਦ ਮਾਣ ਰਹੇ ਹੋ। ਦਾਸ ਦੀ ਫਤਿਹ ਪ੍ਰਵਾਨ ਕਰੋ। ਆਪਣੀਆਂ ਵੀ ਹਾਜ਼ਰੀਆਂ ਗੁਰੂ ਘਰ ਵਿੱਚ ਲਗਵਾਓ। ਗੁਰੂ ਦਾ ਹੁਕਮ ਹੈ ਕਿ ਗੁਰੂ ਕੀ ਫਤਿਹ ਵਿੱਚ ਬਾਣੀ ਦਾ ਸਿਮਰਨ ਹੈ, ਗੁਰੂ ਕੀ ਫਤਿਹ ਵਿੱਚ ਨਾਮ ਦਾ ਸਿਮਰਨ ਹੈ। ਚੜ੍ਹਦੀ ਕਲਾ ਦੀ ਪ੍ਰਤੀਕ ਹੈ ਫਤਿਹ। ਫਤਿਹ ਬੁਲਾਉਣ ਤੋਂ ਕਦੇ ਸੰਕੋਚ ਨਹੀਂ ਕਰਨਾ, ਬਲਕਿ ਗੱਜ ਕੇ ਚੜ੍ਹਦੀ ਕਲਾ ਨਾਲ ਸੁਚੇਤ ਚਿੱਤ ਗੁਰੂ ਕੀ ਫਤਿਹ ਬੋਲਣੀ ਚਾਹੀਦੀ ਹੈ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਕਥਾ ਦੇ ਨਾਲ ਨਾਲ ਅੱਜ ਜਿਹੜਾ ਦਿਹਾੜਾ ਹੈ ਇਹਦੇ ਬਾਰੇ ਤੁਸੀਂ ਸਾਰੇ ਹੀ ਜਾਣਦੇ ਹੋ। ਇਹ 6 ਜੂਨ ਦਾ ਦਿਹਾੜਾ ਹੈ। ਇਸ ਹਫ਼ਤੇ ਵਿੱਚ ਪਹਿਲੀ ਜੂਨ ਤੋਂ ਲੈ ਕੇ ਬਲਕਿ 31 ਮਈ ਤੋਂ ਲੈ ਕੇ ਹੀ, ਅਤੇ ਜੇ ਥੋੜ੍ਹਾ ਜਿਹਾ ਪਿਛੋਕੜ ਵਿੱਚ ਜਾਈਏ ਤਾਂ 1947 ਤੋਂ ਲੈ ਕੇ ਜੋ ਕੁਝ ਵਾਪਰਿਆ ਹੈ ਉਹਦੇ ਪ੍ਰਤੀ ਦਾਸ ਥੋੜ੍ਹੀਆਂ ਜਿਹੀਆਂ ਟੂਕ ਮਾਤਰ ਬੇਨਤੀਆਂ ਕਰੇਗਾ। ਅੱਜ ਦੇ ਨੌਜਵਾਨ ਕਈ ਵਾਰੀ ਇਹ ਸਵਾਲ ਪੁੱਛ ਲੈਂਦੇ ਨੇ ਕਿ ਘੱਲੂਘਾਰਾ ਕਿਉਂ ਵਾਪਰਿਆ, ਇਹ ਹਰਿਮੰਦਰ ਸਾਹਿਬ ਵਿੱਚ ਕਿਉਂ ਵਾਪਰਿਆ, ਅਕਾਲ ਤਖਤ ਕਿਉਂ ਵਾਪਰਿਆ। ਇਹੋ ਜਿਹੀਆਂ ਕਈ ਗੱਲਾਂ ਪੁੱਛ ਲੈਂਦੇ ਨੇ। ਇਸ ਲਈ ਇਹ ਵੀ ਬੇਨਤੀਆਂ ਆਪਾਂ ਕਰਾਂਗੇ। ਅੱਜ ਸਿੱਖਾਂ ਦੇ ਕੇਂਦਰੀ ਧੁਰੇ ਮੀਰੀ ਪੀਰੀ ਦੇ ਸਥਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਇਸ ਘੱਲੂਘਾਰੇ ਦੀ ਵਰ੍ਹੇਗੰਢ ਮਨਾਈ ਜਾ ਰਹੀ ਹੈ। ਹਰ ਸਾਲ ਹੀ ਮਨਾਉਣੇ ਆ ਸ਼ਹੀਦਾਂ ਲਈ। ਅਖੰਡ ਪਾਠ ਸਾਹਿਬ ਹੁੰਦੇ ਨੇ, ਸਿੰਘ ਸਾਹਿਬ ਅਰਦਾਸ ਕਰਦੇ ਨੇ, ਗੁਰੂ ਕੇ ਪਿਆਰੀਆਂ ਸੰਗਤਾਂ ਸ਼ਾਮਲ ਹੁੰਦੀਆਂ ਨੇ।
ਆਪਣੀ ਹਕੀਕਤ ਸ਼ਰਧਾ ਭੇਟ ਕਰਦੀਆਂ ਨੇ। ਤੇ ਉਹ ਦਾਸ ਇੱਕ ਜਕਾਰਾ ਬੁਲਾਏਗਾ, ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਹਾਜ਼ਰੀ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਲਵਾ ਦੇਣਗੇ। ਮਹਾਰਾਜ ਤੇ ਸਮਰੱਥ ਹੈ ਨਾ, ਇਸ ਕਰਕੇ ਸਾਰੇ ਗੱਜ ਕੇ ਜਕਾਰਾ ਬੁਲਾਇਓ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਾਧ ਸੰਗਤ ਜੀ, ਜਿਸ ਵੇਲੇ ਸਿੱਧਾਂ ਦੇ ਨਾਲ ਚਰਚਾ ਚੱਲ ਰਹੀ ਸੀ ਤਾਂ ਸਿੱਧਾਂ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਸ਼ਕਤੀਆਂ ਵੇਖ ਲਈਆਂ, ਸਤਿਗੁਰੂ ਦਾ ਪ੍ਰਭਾਵ ਵੇਖ ਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਰੇ ਕੌਤਕਾਂ ਨੂੰ ਤੱਕ ਕੇ ਹੈਰਾਨ ਵੀ ਸਨ, ਪਰ ਹੁਣ ਚਾਹੁੰਦੇ ਸਨ ਕਿ ਸਤਿਗੁਰੂ ਜੀ ਸਾਡੇ ਨਾਲ ਮਿਲ ਕੇ ਚੱਲਣ, ਮਿਲ ਕੇ ਹੀ ਨਾ ਚੱਲਣ। ਕੋਈ ਕਹਿੰਦਾ ਸਾਡੇ ਜੋਗ ਮਤ ਵਿੱਚ ਆ ਜਾਣ, ਕੋਈ ਆਪਣੇ ਢੰਗ ਦੇ ਨਾਲ ਸਿੱਧ ਮਤ ਦੇ ਵਿੱਚ ਆ ਜਾਣ, ਗੋਰਖ ਮਤ ਦੇ ਵਿੱਚ ਆ ਜਾਣ। ਪਰ ਸਤਿਗੁਰੂ ਦੀ ਸੱਚੇ ਪਾਤਸ਼ਾਹੀ ਤਾਂ ਸਾਰਿਆਂ ਨੂੰ ਰੱਬ ਦੀ ਮੱਤ ਦੇਣ ਵਾਸਤੇ ਆਏ ਸਨ, ਕਿਸੇ ਦੇ ਮੱਤ ਵਿੱਚ ਲੀਨ ਹੋਣ ਵਾਸਤੇ ਥੋੜ੍ਹੇ ਆਏ ਸਨ। ਪਰ ਜਿਹਨੇ ਜਿਹਨੇ ਵੀ ਪ੍ਰਸ਼ਨ ਕੀਤਾ, ਜਿਹਨੇ ਜਿਹਨੇ ਵੀ ਅਮੰਗ ਪੈਦਾ ਕੀਤੀ, ਉਹਨੂੰ ਮਹਾਰਾਜ ਨੇ ਸਮਝਾਇਆ ਬਈ ਜਿਹੜੇ ਮੱਤ 'ਚ ਤੁਸੀਂ ਫਸੇ ਬੈਠੇ ਹੋ ਨਾ, ਇਹ ਛੋਟਾ ਹੈ, ਇਹ 'ਚੋਂ ਬਾਹਰ ਨਿਕਲੋ। ਰੱਬ ਦਾ ਮੱਤ ਕੁਝ ਹੋਰ ਹੈ। ਹੱਥ ਜੋੜ ਕੇ ਬੇਨਤੀ ਕੀਤੀ ਸਿੱਧਾਂ ਨੇ ਕਿ ਸਤਿਗੁਰੂ ਜੀ ਜੇ ਤੁਸੀਂ ਸਾਡੇ ਨਾਲ ਆਸਣ ਲਾਓ ਤੇ ਤੁਹਾਡਾ ਆਸਣ ਬੜਾ ਪਰਪੱਕ ਹੈ, ਤੁਹਾਡਾ ਤਾਂ ਤਿੰਨਾਂ ਲੋਕਾਂ ਦੇ ਵਿੱਚ ਆਸਣ ਅਸਥਿਤ ਹੋ ਜਾਵੇਗਾ। ਇਸ ਵਾਸਤੇ ਤੁਹਾਨੂੰ ਇਸ ਆਸਣ ਦੇ ਵਿੱਚ ਐਨ ਅਡੋਲਤਾ ਦੇ ਨਾਲ ਸਥਿਤ ਹੋ ਜਾਣਾ ਚਾਹੀਦਾ ਹੈ। ਤੇ ਸਤਿਗੁਰੂ ਜੀ ਸਾਡੀ ਵੀ ਨਾਲ ਚੜ੍ਹਦੀ ਕਲਾ ਹੋਵੇਗੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਧੂ ਆਸਣ ਤੇ ਲੱਗਾ ਹੋਇਆ। ਆਸਣ ਉਹ ਲਾਈਦਾ ਹੈ ਜਿਹੜਾ ਪਹਿਲਾਂ ਨਾ ਲੱਗਾ ਹੋਵੇ। ਮਹਾਰਾਜ ਕਿੱਥੇ ਲੱਗਾ ਆਸਣ? ਤੁਸੀਂ ਤੇ ਆਸਣ ਲਾਇਆ ਹੀ ਨਹੀਂ। ਕਹਿੰਦੇ ਨਹੀਂ, ਤੁਹਾਨੂੰ ਦਿਸਦਾ ਨਹੀਂ, ਅਸੀਂ ਲਾਇਆ। ਤੁਹਾਨੂੰ ਸਮਝਾ ਦਿੰਦੇ ਹਾਂ, ਤੁਹਾਡੀ ਸਮਝ ਵਿੱਚ ਪੈ ਜਾਵੇਗਾ। ਅਸਲ ਵਿੱਚ ਮਹਾਰਾਜ ਨੇ ਆਪਾਂ ਸਾਰਿਆਂ ਨੂੰ, ਸਾਰੀ ਲੁਕਾਈ ਨੂੰ, ਖਾਸ ਕਰਕੇ ਗੁਰੂ ਕੇ ਸਿੱਖਾਂ ਨੂੰ ਇਹ ਮੱਤ ਸਮਝਾਉਣੀ ਸੀ ਕਿ ਗੁਰੂ ਕੇ ਸਿੱਖੋ ਆਸਣ ਰੋਜ਼ ਹੀ ਲਾਉਣਾ, ਚੌਂਕੜਾ ਰੋਜ਼ ਹੀ ਲਾਉਣਾ। ਤੇ ਪਰ ਕਿਹਦੇ ਨਾਲ ਲਾਉਣਾ? ਹਜ਼ੂਰ ਫਰਮਾਉਂਦੇ ਨੇ ਆਸਣ ਲੋਏ ਲੋਏ ਭੰਡਾਰ। ਕਹਿੰਦੇ ਭਾਈ ਜਿਹੜੀ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਇਹ ਲੋਏ ਆ। ਲੋਏ ਲਾਈਟ, ਚਾਨਣ, ਜੋਤ। ਮਹਾਰਾਜ ਕਹਿੰਦੇ ਇਹ ਆਸਣ ਜਿਹੜਾ ਇੱਥੇ ਆਸਣ ਸੁਰਤੀ ਟਿਕਾ ਕੇ ਲਾਉਣਾ ਨਾ, ਇਹ ਤੇ ਹਰ ਹਿਰਦੇ ਵਿੱਚ ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਇਹ ਆਸਣ ਤੇ ਲੱਗਾ ਹੋਇਆ ਹੈ। ਤੇ ਭਾਈ ਇਸ ਆਸਣ ਦੇ ਨਾਲ ਕਹਿੰਦੇ ਵੀ ਤੁਹਾਡੇ ਦਰ ਤੇ, ਤੁਹਾਡੇ ਆਸਣ ਤੇ ਬੜੇ ਭੰਡਾਰੇ ਆਉਣਗੇ, ਫਲ ਫਰੂਟ ਆਉਣਗੇ, ਅੰਨ ਪਦਾਰਥ ਆਵੇਗਾ ਤੇ ਮਹਾਰਾਜ ਬਹੁਤ ਜੀਵਾਂ ਦਾ ਭਲਾ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਇਹ ਤੇ ਤੁਹਾਨੂੰ ਭੁਲੇਖਾ ਹੈ, ਕਿਉਂਕਿ ਜਿਹੜਾ ਆਸਣ ਪਰਮਾਤਮਾ ਨੇ ਹਰ ਹਿਰਦੇ ਵਿੱਚ ਲਾਇਆ ਹੋਇਆ, ਆਪ ਲਾਇਆ ਹੋਇਆ ਹੈ। ਘਟ ਘਟ ਮੈਂ ਹਰਜੂ ਬਸਾ, ਵਸਿਆ ਬੈਠਾ ਅੰਦਰ। ਤੇ ਉਹਦੇ ਕੋਲੇ ਭੰਡਾਰਿਆਂ ਦੀ ਕੋਈ ਕਮੀ ਹੈ? ਜੋ ਕੁਛ ਪਾਇਆ ਸੋ ਏਕਾ ਵਾਰ, ਇਹਨੂੰ ਮੰਗਣ ਦੀ ਲੋੜ ਹੀ ਨਹੀਂ। ਏਕਾ ਬਖਸ਼ ਫਿਰ ਬਹੁਰ ਨਾ ਬੁਲਾਵੇ। ਜੇ ਤੇ ਇੱਕ ਵਾਰੀ ਬਖਸ਼ਿਸ਼ ਕਰ ਦਿੱਤੀ, ਮੱਥੇ ਤੇ ਕਰਮ ਲਿਖ ਦਿੱਤੇ, ਲੋਹ ਵਾਹ ਦਿੱਤੀ, ਸਾਧ ਸੰਗਤ ਜੀ ਉਹ ਤੇ ਬਹੁਤ ਭੰਡਾਰੇ ਮਹਾਰਾਜ ਨੇ ਪਹਿਲਾਂ ਹੀ ਦੇ ਦਿੱਤੇ। ਕਹਿੰਦੇ ਸਿੱਧੋ ਇਹ ਤੇ ਪਦਾਰਥਾਂ ਦੇ ਭੰਡਾਰੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਪਹਿਲਾਂ ਹੀ ਬਖਸ਼ਿਸ਼ ਕੀਤੇ ਹੋਏ ਹੈ। ਤੇ ਫਿਰ ਮਹਾਰਾਜ ਕੀ ਕਰਨਾ ਚਾਹੀਦਾ? ਕਿਉਂਕਿ ਆਪ ਜੀ ਦਾ ਹੁਕਮ ਹੈ ਕਿ ਜਿਹੜੇ ਇਸ ਆਸਣ ਦੀ ਅਸੀਂ ਗੱਲ ਕਰਦੇ ਹਾਂ, ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ। ਜਿਹੜਾ ਕੁਛ ਅਸੀਂ ਪ੍ਰਾਪਤ ਕਰਨਾ ਸੀ ਨਾ, ਉਹ ਤਾਂ ਪ੍ਰਲਬਧ ਦੇ ਰੂਪ ਵਿੱਚ ਇੱਕੋ ਵਾਰੀ ਪਰਮਾਤਮਾ ਤੋਂ ਪ੍ਰਾਪਤ ਕਰ ਲਿਆ। ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ, ਸਾਡੀ ਪ੍ਰਲਬਧ ਲਿਖ ਦਿੱਤੀ ਹੈ।
ਸੋ ਇਸ ਵਾਸਤੇ ਸਿੱਧੋ ਇਹਦੇ ਤੋਂ ਘਬਰਾਉਣ ਦੀ ਲੋੜ ਨਹੀਂ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਤੇ ਫਿਰ ਮਹਾਰਾਜ ਪਰਾਲਬਧ ਕਿਵੇਂ ਬਣਦੀ ਹੈ, ਪਰਾਲਬਧ ਵੱਧ ਘੱਟ ਕਿਵੇਂ ਹੋ ਜਾਂਦੀ ਹੈ। ਤਾਂ ਸਤਿਗੁਰੂ ਜੀ ਫਰਮਾਉਂਦੇ ਨੇ, ਕਰ ਕਰ ਵੇਖੈ ਸਿਰਜਣਹਾਰ। ਕਹਿੰਦੇ ਜਿਹੜੀ ਮਨੁੱਖ ਦੀ ਕਰਤੂਤ ਹੈ, ਮਨੁੱਖ ਦੇ ਕਰਮ ਨੇ, ਮਨੁੱਖ ਦਾ ਚਾਲ ਚੱਲਣਾ ਹੈ, ਉਸ ਤੋਂ ਛੁਪਿਆ ਹੋਇਆ ਨਹੀਂ ਅਕਾਲ ਪੁਰਖ ਤੋਂ। ਤੇ ਉਹ ਤੇ ਇਸ ਤਰ੍ਹਾਂ ਜਿਵੇਂ ਹੱਥ ਤੇ ਕੋਈ ਚੀਜ਼ ਰੱਖ ਕੇ ਦੇਖ ਲਈਦੀ ਨਾ, ਐਂ ਦੇਖਦਾ ਸਾਰਿਆਂ ਨੂੰ। ਤਾਂ ਜੀ ਮਹਾਰਾਜ ਨੇ ਬਾਣੀ ਵਿੱਚ ਫਰਮਾਇਆ, ਗੁਰੂ ਕੇ ਸਿੱਖੋ ਭੈ ਭਾਵਣੀ ਗਾਵੀਐ ਸੁਣੀਐ ਮਨ ਰੱਖੀਐ। ਭਾਵ ਭਾਵਨਾ ਰੱਖਣੀ ਚਾਹੀਦੀ ਹੈ। ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਪਾਵੈ। ਉਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਕਰ ਕਰ ਵੇਖੈ ਨਦਰ ਨਿਹਾਲ, ਕਰ ਕਰ ਵੇਖੈ ਸਿਰਜਣਹਾਰ। ਜਿਹੜਾ ਉਹ ਸਿਰਜਣਹਾਰ ਜਿਹਨੇ ਸਾਰੀ ਸ੍ਰਿਸ਼ਟੀ ਸਿਰਜੀ ਹੈ ਨਾ, ਤੇ ਉਹ ਸਾਰਿਆਂ ਨੂੰ ਵੇਖ ਰਿਹਾ। ਇਸ ਵਾਸਤੇ ਸਾਨੂੰ ਇੰਨੀ ਕੁ ਮਨ ਵਿੱਚ ਭਾਵਨਾ, ਡਰ, ਸ਼ਰਧਾ, ਭੈ ਰੱਖਣਾ ਚਾਹੀਦਾ ਹੈ ਕਿ ਸਾਡੇ ਕੀਤੇ ਜਾ ਰਹੇ ਕਰਮ ਨੂੰ ਉਹਨੇ ਕੈਮਰਾ ਲਾਇਆ ਹੋਇਆ ਹੈ। ਛੋੜੇ ਜਿਹੇ CCTV ਲੱਗਦੇ ਆ ਨਾ ਕੈਮਰੇ, ਤੇ ਉੱਤੇ ਲਿਖ ਦਿੱਤਾ ਜਾਂਦਾ ਹੈ ਵੀ ਤੁਸੀਂ ਕੈਮਰੇ ਦੀ ਨਜ਼ਰ ਵਿੱਚ ਹੋ। ਤੇ ਮਹਾਰਾਜ ਨੇ ਲਿਖ ਦਿੱਤਾ ਕਿ ਇਹ ਮਨੁੱਖ ਤੂੰ ਸਾਰੀ ਜ਼ਿੰਦਗੀ ਅਕਾਲ ਪੁਰਖ ਦੇ ਕੈਮਰੇ ਦੀ ਨਿਗਾਹ ਵਿੱਚ ਹੈ। ਕਰ ਕਰ ਵੇਖੈ ਸਿਰਜਣਹਾਰ। ਜਿਹਨੇ ਤੈਨੂੰ ਪੈਦਾ ਕੀਤਾ ਹੈ ਤੇ ਉਹ ਤੇਰੇ ਕਰਨ ਵਾਲੇ ਸਾਰੇ ਕਾਰਜਾਂ ਨੂੰ ਆਪ ਅਕਾਲ ਪੁਰਖ ਵੇਖ ਰਿਹਾ ਹੈ। ਨਾਨਕ ਸੱਚੇ ਕੀ ਸਾਚੀ ਕਾਰ, ਕਿਉਂਕਿ ਉਹ ਸੱਚਾ ਆਪ ਹੈ। ਤੇ ਜਿਹੜੀ ਉਹਨੇ ਸ੍ਰਿਸ਼ਟੀ ਸਾਜੀ ਹੈ, ਜਿਹੜੀ ਉਹਨੇ ਕਾਰ ਕੀਤੀ ਹੈ ਨਾ, ਰਿਜ਼ਕ ਬਣਾਇਆ, ਪਹਿਲੋਂ ਦੇਤਾ ਰਿਜ਼ਕ ਸੰਭਾਹਾ, ਪਿੱਛੋਂ ਦੇਤਾ ਜੰਤ ਉਪਾਹਾ। ਪਹਿਲੇ ਰਿਜ਼ਕ ਪੈਦਾ ਕੀਤਾ, ਮਾਂ ਦੇ ਪੇਟ ਵਿੱਚ ਬੱਚਾ ਆਇਆ, ਅਸਥਾਂ ਦੇ ਵਿੱਚ ਥਣਾਂ ਦੇ ਵਿੱਚ ਦੁੱਧ ਵੀ ਆ ਗਿਆ। ਬੱਚੇ ਨੇ ਜਨਮ ਲਿਆ ਤੇ ਪੀਣ ਵਾਸਤੇ ਦੁੱਧ ਪਹਿਲਾਂ ਪੈਦਾ ਕਰ ਦਿੱਤਾ। ਇਸ ਵਾਸਤੇ ਪਹਿਲੋਂ ਦਿੱਤਾ ਰਿਜ਼ਕ ਸੰਭਾਹਾ, ਸਾਰਿਆਂ ਵਾਸਤੇ, ਇੱਕ ਵਾਸਤੇ ਨਹੀਂ। ਇਸ ਵਾਸਤੇ ਉਹਦੀ ਕਾਰ ਜਿਹੜੀ ਹੈ, ਉਹ ਸ੍ਰਿਸ਼ਟੀ ਸਿਰਜਣਹਾਰੇ ਦੇ ਜਿਹੜੇ ਕੌਤਕ ਨੇ ਉਹ ਵੀ ਸੱਚੇ ਨੇ, ਉਹ ਕਿਸੇ ਤੋਂ ਛੁਪੇ ਹੋਏ ਨਹੀਂ। ਇਸ ਵਾਸਤੇ ਹਜ਼ੂਰ ਨੇ ਕਿਹਾ ਕਿ ਭਾਈ ਆਪਾਂ ਨੂੰ ਸਿਰਫ ਉਹਦੇ ਵਿੱਚ ਧਿਆਨ ਜੋੜਨਾ ਚਾਹੀਦਾ ਹੈ, ਉਹਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਉਹਨੂੰ ਨਮਸਕਾਰ ਕਰਨੀ ਚਾਹੀਦੀ, ਉਹਨੂੰ ਅਰਾਧਨਾ ਚਾਹੀਦਾ, ਉਹਦਾ ਜਾਪ ਕਰਨਾ ਚਾਹੀਦਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਆਪ ਜੀ ਦਾ ਅਨਮੋਲ ਉਪਦੇਸ਼ ਹੈ। ਤੇ ਮਹਾਰਾਜ ਕਹਿੰਦੇ ਭਾਈ ਜਦੋਂ ਉਹ ਕਰਤਾ ਕਰਨ ਵਾਲਾ ਸਾਰਿਆਂ ਨੂੰ ਵੇਖ ਰਿਹਾ ਹੈ ਤੇ ਉਹਦੀ ਕਾਰ ਵੀ, ਉਹਦਾ ਵਿਹਾਰ ਵੀ, ਉਹਦੇ ਕੌਤਕ ਵੀ ਸਾਰੇ ਸੱਚੇ ਹਨ। ਤੇ ਫਿਰ ਕੀ ਕਰਨਾ? ਆਦੇਸ਼ ਤਿਸੈ ਆਦੇਸ਼। ਤੁਸੀਂ ਕਹਿੰਦੇ ਆ ਕਿ ਜਿਹਦਾ ਆਸਣ ਵੱਡਾ ਹੈ ਉਹਨੂੰ ਵੱਡੀ ਨਮਸਕਾਰ ਹੋਵੇਗੀ, ਬਹੁਤੇ ਲੋਕ ਨਮਸਕਾਰ ਕਰਨਗੇ। ਤੇ ਹਜ਼ੂਰ ਫਰਮਾਉਂਦੇ ਨੇ ਕਿ ਭਾਈ ਜਿਹੜਾ ਉਸ ਅਕਾਲ ਪੁਰਖ ਨੂੰ ਨਮਸਕਾਰ ਕਰੇਗਾ, ਬਲਕਿ ਹਰ ਇੱਕ ਨੂੰ ਹੀ, ਸਾਨੂੰ ਸਾਰੇ ਤਮਾਮ ਜੀਵਾਂ ਨੂੰ ਉਸ ਅਕਾਲ ਪੁਰਖ ਦੇ ਸਨਮੁਖ ਅਰਦਾਸ ਕਰਨੀ ਚਾਹੀਦੀ ਹੈ, ਨਮਸਕਾਰ ਕਰਨੀ ਚਾਹੀਦੀ, ਜੋਦੜੀ ਕਰਨੀ ਚਾਹੀਦੀ ਹੈ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਕਹਿੰਦੇ ਭਾਈ ਆ ਸਾਡੇ ਆਸਣ ਤੇ ਜ਼ਿੰਦਗੀ ਤੱਕ ਨੇ ਖਤਮ ਹੋ ਜਾਣੇ ਨੇ, ਮੁੱਕ ਜਾਣਗੇ। ਮਹਾਰਾਜ ਕਹਿੰਦੇ ਨਹੀਂ, ਜਿਹਦਾ ਕੋਈ ਆਦ ਸੀ ਉਹਦਾ ਆਦ ਨਹੀਂ। ਆਪਾਂ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹੜਾ ਆਦ ਜੁਗਾਦਿਕ ਤੋਂ ਲੈ ਕੇ ਜਿਹੜਾ ਸੱਚਾ ਸੀ ਅਕਾਲ ਪੁਰਖ ਵਾਹਿਗੁਰੂ, ਉਸ ਨੂੰ ਹਮੇਸ਼ਾ ਆਦੇਸ਼ ਕਰਨਾ ਚਾਹੀਦਾ, ਉਸ ਨੂੰ ਨਮਸਕਾਰ ਕਰਨੀ ਚਾਹੀਦੀ ਹੈ, ਕਿਉਂਕਿ ਉਹ ਜੁਗਾਂ ਜੁਗਾਂ ਦੇ ਵਿੱਚ ਸਾਡਾ ਰਾਖਾ ਹੈ, ਸਾਨੂੰ ਪਾਲਣਹਾਰ ਹੈ। ਸੋ ਸਾਧ ਸੰਗਤ ਜੀ, ਅੰਤਰੀਵ ਵੀ ਅਸਤ ਹਨ ਇਸ ਦੇ ਕਿ ਮਨ ਤੇ ਬੁੱਧ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਟਿਕਾ ਕੇ, ਜਿਹੜੀ ਅੰਦਰ ਪ੍ਰਮਾਤਮਾ ਨੇ ਸਾਡੇ ਜੋਤ ਪੈਦਾ ਕੀਤੀ ਹੈ ਉਹਨੂੰ ਸਮਝਣ ਵਾਸਤੇ ਗੁਰੂ ਕੀ ਬਾਣੀ ਦਾ ਅਭਿਆਸ ਕਰ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਜਦੋਂ ਇਹ ਜੋਤ ਨੂੰ ਪਛਾਣੇਗਾ ਤੈਨੂੰ ਪਤਾ ਲੱਗ ਜਾਏਗਾ ਕਿ ਇਹਦੇ ਤੋਂ ਕੋਈ ਵੱਡੀ ਜੋਤ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਸੰਸਾਰ ਵਿੱਚ ਆਏ।
ਤੇ ਉਹਨਾਂ ਨੇ 10ਵੇਂ ਜਾਮੇ ਜਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਸਾਨੂੰ ਹੁਕਮ ਕਰ ਦਿੱਤਾ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਮਿਹਰ ਕੀਤੀ ਹੈ, ਕਿਰਪਾ ਕੀਤੀ। ਸਾਧ ਸੰਗਤ ਜੀ 31ਵੀਂ ਪੌੜੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ। ਬੜਾ ਵੱਡਾ ਇਹਦਾ ਵਿਸਥਾਰ ਹੈ, ਬਹੁਤ ਵੱਡੇ ਅਰਥ ਨੇ, ਪਰ ਮੈਂ ਸਮੇਂ ਦੇ ਅਨੁਸਾਰ ਕੁਝ ਬੇਨਤੀਆਂ 6 ਜੂਨ ਤੇ ਕਰਨੀਆਂ ਚਾਹੁੰਦਾ। ਇਸ ਕਰਕੇ ਆਉਣ ਵਾਲੇ ਜਿਹੜੇ ਵਿਦਵਾਨ ਹੈ ਹੋਰ ਵੀ ਅਰਥ ਕਰ ਲੈਣਗੇ। ਸਾਧ ਸੰਗਤ ਜੀ ਇਹਦੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਆਪਾਂ ਕੁਝ ਸਮੇਂ ਵਾਸਤੇ ਜੋ ਅੱਜ ਤੌਖਲੇ ਨੇ ਕਿ ਆਪਰੇਸ਼ਨ ਬਲੂ ਸਟਾਰ ਕਿਉਂ ਹੋਇਆ, ਸਾਕਾ ਨੀਲਾ ਤਾਰਾ ਘਲੂਘਾਰਾ ਕਿਉਂ ਵਾਪਰਿਆ, ਇਹਦੇ ਤੇ ਕੁਝ ਕੁ ਬੇਨਤੀਆਂ ਕਰਨੀਆਂ ਟੂਕ ਮਾਤਰ ਨੇ। ਆਪ ਸਾਰੇ ਜਾਣਦੇ ਹੋ ਇੱਥੇ ਭਾਰਤ ਵਰਸ਼ ਨੂੰ 700 ਸਾਲ ਗੁਲਾਮੀ ਦਾ ਜੀਵਨ ਜਿਉਂਦਿਆਂ ਨੂੰ ਹੋ ਗਿਆ ਸੀ ਤੇ ਕੁਝ ਸਮੇਂ ਤੋਂ ਪੰਜਾਬ ਦੇ ਵਿੱਚੋਂ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋ ਚੁੱਕਾ ਸੀ। ਉਹ ਵੀ ਅੰਗਰੇਜ਼ ਨੇ ਕੈਪਚਰ ਕਰ ਲਿਆ ਸੀ, ਕਬਜ਼ਾ ਕਰ ਲਿਆ ਸੀ। ਇਹ ਧਰਤੀ ਤੇ ਕੁਝ ਮੁਗਲਾਂ ਦਾ ਤੇ ਕੁਝ ਅੰਗਰੇਜ਼ਾਂ ਦਾ ਬੋਲਬਾਲਾ ਹੋ ਗਿਆ। ਸਾਂਝੇ ਰੂਪ ਦੇ ਵਿੱਚ ਲੜਾਈਆਂ ਸ਼ੁਰੂ ਹੋਈਆਂ ਕਿ ਅਸੀਂ ਆਪਣਾ ਮੁਲਕ ਯਾਦ ਕਰਵਾਈਏ। ਤਾਂ ਸਾਧ ਸੰਗਤ ਜਦੋਂ ਸਿੱਖਾਂ ਦੇ ਨਾਲ ਇਹ ਵਾਰਤਾ ਕੀਤੀ ਕਿ ਤੁਸੀਂ ਬਹਾਦਰ ਕੌਮ ਹੋ, ਤੁਹਾਨੂੰ ਚਾਹੀਦਾ ਕਿ ਅੱਗੇ ਲੱਗ ਕੇ ਦੇਸ਼ ਦੀ ਲੜਾਈ ਲੜੋ, ਤੇ ਸਿੱਖਾਂ ਨੂੰ ਬਹੁਤਾ ਸਮਾਂ ਨਹੀਂ ਸੀ ਹੋਇਆ ਹਲੇ ਗੁਲਾਮ ਹੋਇਆਂ ਨੂੰ, ਤੇ ਉਹਨਾਂ ਦੀਆਂ ਭਾਵਨਾਵਾਂ ਕਈ ਵਿਦਵਾਨਾਂ ਨੇ ਪ੍ਰਗਟ ਕੀਤੀਆਂ। ਸਾਡੇ ਕਵੀਆਂ ਦੀ ਦੁਨੀਆ ਵਿੱਚ ਸਰਦਾਰ ਜੋਗਾ ਸਿੰਘ ਜੋਗੀ ਕਵੀਸ਼ਰ ਹੋਏ ਨੇ, ਜੋ ਮਾਝੇ ਦੀ ਧਰਤੀ ਤੇ ਉਹ ਸਰਦਾਰ ਭਗਤ ਸਿੰਘ ਦੀ ਕਵਿਤਾ ਗਾਉਂਦੇ ਚਾਹੁੰਦੇ ਨੇ ਕਿ ਜਦੋਂ ਸਰਦਾਰ ਭਗਤ ਸਿੰਘ ਜੇਲ੍ਹ ਦੇ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਮਿਲਿਆ ਨਾ, ਤੇ ਉਹਨੇ ਪੁੱਛਿਆ ਵੀ ਤੇਰਾ ਅਕੀਦਾ ਕੀ ਹੈ, ਤੂੰ ਚਾਹੁੰਦਾ ਕੀ? ਉਹ ਕਹਿੰਦਾ ਬਾਬਾ ਜੀ ਮੇਰਾ ਅਕੀਦਾ ਸੁਣੋ। ਹੱਥ ਜੋੜ ਕੇ ਭਗਤ ਸਿੰਘ ਨੇ ਕਿਹਾ ਬਾਬਾ ਮੈਂ ਫਾਂਸੀ ਚੜ੍ਹ ਜਾਵਾਂ, ਮੇਰਾ ਦੇਸ਼ ਆਜ਼ਾਦੀ ਮਾਣੇ। ਇਹ ਸਿੱਖਾਂ ਦਾ ਅਕੀਦਾ ਪ੍ਰਗਟ ਕੀਤਾ ਕਵੀਆਂ ਨੇ। ਸੋ ਰੋ ਵਿਚਾਰ ਸਾਧ ਸੰਗਤ ਜੀ, ਆਜ਼ਾਦੀ ਦੀਆਂ ਗੱਲਾਂ ਚੱਲੀਆਂ। ਬਹੁਤ ਵੱਡਾ ਦੇਸ਼ ਸੀ ਭਾਰਤ ਵਰਸ਼, ਪਰ ਇੱਥੇ 3 ਕੌਮਾਂ ਵੱਡੀ ਪੱਧਰ ਤੇ ਰਾਜ ਕਰ ਚੁੱਕੀਆਂ ਸਨ, ਜਿਹਦੇ ਵਿੱਚ ਸਿੱਖ ਮੁਸਲਮਾਨ ਤੇ ਹਿੰਦੂ ਸਨ। ਪਰ ਇੱਕ ਦੂਜੇ ਤੇ ਬੇਭਰੋਸਗੀ ਸੀ ਵੀ ਜਿਹਦੇ ਹੱਥ ਵਿੱਚ ਰਾਜ ਆ ਗਿਆ ਉਹ ਦੂਜੇ ਨੂੰ ਰਾਜ ਦੇਗਾ ਕਿ ਨਹੀਂ ਦੇਗਾ। ਇਹ ਵਿਚਾਰਾਂ ਚੱਲਦੀਆਂ ਰਹੀਆਂ, ਕਾਨਫਰੰਸਾਂ ਹੋਈਆਂ, ਮੀਟਿੰਗਾਂ ਹੋਈਆਂ, ਗੱਲ ਸਾਰਿਆਂ ਵਿੱਚ ਫੈਲ ਗਈ। 1929 ਦੇ ਵਿੱਚ ਲਾਹੌਰ ਦੇ ਵਿੱਚ ਇੱਕ ਕਾਨਫਰੰਸ ਹੋਈ ਜਿੱਥੇ ਸਭ ਨੇ ਸਾਂਝੇ ਰੂਪ ਵਿੱਚ ਵਿਚਾਰ ਰੱਖਣੇ ਸੀ ਵੀ ਤੌਖਲੇ ਕੀ ਨੇ। ਉੱਥੇ ਮਹਾਤਮਾ ਗਾਂਧੀ ਜੀ ਗਏ, ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ, ਮੁਹੰਮਦ ਅਲੀ ਜਿਨਾਹ, ਸਾਰੇ ਗਏ ਉੱਥੇ। ਉਹਦੇ ਵਿੱਚ ਸਿੱਖਾਂ ਨੇ ਕਿਹਾ ਕਿ ਸਾਨੂੰ ਕੀ ਭਰੋਸਾ ਹੈ ਕਿ ਆਜ਼ਾਦੀ ਮਿਲਣ ਤੋਂ ਬਾਅਦ ਸਾਨੂੰ ਸਾਡਾ ਹੱਕ ਮਿਲੇਗਾ। ਕਿਹਾ ਨਹੀਂ, ਤੁਸੀਂ ਬਹਾਦਰ ਕੌਮ ਹੋ, ਤੁਹਾਡੇ ਤੋਂ ਬਿਨਾਂ ਦੇਸ਼ ਆਜ਼ਾਦ ਹੀ ਨਹੀਂ ਹੋਣਾ। ਤੁਸੀਂ ਇਹੋ ਜਿਹੇ ਤੌਖਲੇ ਮਨ ਵਿੱਚ ਨਾ ਲਿਆਓ, ਤੁਹਾਨੂੰ ਪੂਰਾ ਹੱਕ ਦਿੱਤਾ ਜਾਏਗਾ, ਆਜ਼ਾਦੀ ਦਾ ਹਿੱਸਾ ਦਿੱਤਾ ਜਾਏਗਾ। ਸਿੱਖਾਂ ਨੇ ਗੱਲ ਮੰਨ ਲਈ, ਪਰ ਤੌਖਲਾ ਖਤਮ ਨਾ ਹੋਇਆ, ਫਿਰ ਗੱਲ ਚੱਲਦੀ ਰਹੀ। ਸਾਧ ਸੰਗਤ ਫਿਰ 1930 ਦੇ ਵਿੱਚ ਸਿੱਖਾਂ ਨੇ ਇਕੱਠ ਕੀਤਾ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ। ਇੱਥੇ ਵੀ ਮਹਾਤਮਾ ਗਾਂਧੀ ਨੂੰ ਸੱਦਿਆ ਗਿਆ। ਮਹਾਤਮਾ ਗਾਂਧੀ ਕਹਿੰਦਾ ਕਿਉਂ ਤੁਸੀਂ ਬਾਰ-ਬਾਰ ਮਨ ਵਿੱਚ ਤੌਖਲੇ ਪੈਦਾ ਕਰਦੇ ਹੋ? ਕਹਿੰਦੇ ਅੱਜ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਬਹੁਤ ਵੱਡੇ ਇਤਿਹਾਸਕ ਅਸਥਾਨ ਤੇ ਤੁਹਾਨੂੰ ਯਕੀਨ ਦਿਵਾਉਣਾ, ਤੁਹਾਡੇ ਨਾਲ ਪਰਨ ਕਰਦਾ ਹੈ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਹੋ, ਤੁਸੀਂ ਫੌਲਾਦੀ ਕੌਮ ਹੋ,
ਤੇ ਤੁਹਾਨੂੰ ਸ਼ਾਸਤਰ ਬਖਸ਼ੇ ਨੇ। ਅਸੀਂ ਜੇ ਤੁਹਾਡੇ ਨਾਲ ਧਰੋਹ ਕਰੀਏ, ਧੋਖਾ ਕਰੀਏ, ਤੇ ਮੈਂ ਆਪ ਕਹਿੰਦਾ ਕਿ ਤੁਹਾਨੂੰ ਅਸੀਂ ਅਧਿਕਾਰ ਦਿੰਦੇ ਹਾਂ ਕਿ ਤੁਸੀਂ ਸ਼ਾਸਤਰਾਂ ਦੇ ਨਾਲ, ਹਥਿਆਰਾਂ ਦੇ ਨਾਲ ਤੁਸੀਂ ਸਾਡੇ ਤੋਂ ਹੱਕ ਲੈ ਸਕਦੇ ਹੋ। ਤੁਸੀਂ ਤਾਂ ਵੱਡਿਆਂ ਵੱਡਿਆਂ ਤੋਂ ਹੱਕ ਲੈ ਲੈਂਦੇ ਹੋ, ਫਿਰ ਤੌਖਲਾ ਕਿਸ ਗੱਲ ਦਾ? ਅਸੀਂ ਖੁਦ ਅਧਿਕਾਰ ਦਿੰਦੇ ਹਾਂ ਤੁਹਾਨੂੰ। ਇਹ 1930 ਚ ਕਿਹਾ। ਸਾਧ ਸੰਗਤ ਜੀ, ਫਿਰ ਇਹਨਾਂ ਗੱਲਾਂ ਦੇ ਵਿੱਚ ਚਲਦਿਆਂ ਚਲਦਿਆਂ ਜਿਹਦੇ ਵਿੱਚ ਮੁਹੰਮਦ ਅਲੀ ਜਿਨਾਹ ਵੀ ਸੀ, ਕਹਿੰਦਾ ਸਰਦਾਰੋ ਬਹੁਤ ਵੱਡੇ ਭੁਲੇਖੇ 'ਚ ਪੈ ਕੇ ਧੋਖਾ ਖਾਓਗੇ। ਫਿਰ 1940 ਦੇ ਵਿੱਚ ਕਲਕੱਤੇ ਇੱਕ ਮੀਟਿੰਗ ਹੋਈ, ਜਿਹਦੇ ਵਿੱਚ ਸਿੱਧੇ ਰੂਪ ਵਿੱਚ ਕਹਿ ਦਿੱਤਾ ਗਿਆ ਕਿ ਕੋਈ ਤੌਖਲਾ ਕਰਨ ਦੀ ਲੋੜ ਨਹੀਂ। ਉੱਤਰੀ ਭਾਰਤ ਦੇ ਵਿੱਚ ਸਿੱਖਾਂ ਨੂੰ ਇਹੋ ਜਿਹਾ ਖਿੱਤਾ ਦਿੱਤਾ ਜਾਵੇਗਾ ਜਿੱਥੇ ਇਹਨਾਂ ਦੇ ਧਾਰਮਿਕ ਕਾਨੂੰਨ ਆਪਣੇ ਹੋਣਗੇ, ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਸਿੱਖਾਂ ਨੇ ਇਸ ਗੱਲ 'ਤੇ ਯਕੀਨ ਕੀਤਾ ਕਿ ਜੇ ਇਹ ਗੱਲ ਹੈ ਤਾਂ ਅਸੀਂ ਆਪਣਾ ਆਪ ਕੁਰਬਾਨ ਕਰਕੇ ਇੱਥੋਂ ਗੋਰਿਆਂ ਦਾ ਗੋਲੀਆ ਬਿਸਤਰਾ ਸਾਫ਼ ਕਰਾਂਗੇ, ਆਜ਼ਾਦੀ ਪ੍ਰਾਪਤ ਕਰਾਂਗੇ। ਪਰ ਬਦਕਿਸਮਤੀ ਦੇ ਨਾਲ ਤਿੰਨਾਂ ਹੀ ਕਾਨਫਰੰਸਾਂ ਦੀ ਲਿਖਤ ਨਾ ਲਈ ਸਿੱਖਾਂ ਨੇ। ਲਿਖਤ ਕੋਈ ਨਹੀਂ ਸਾਡੇ ਕੋਲ ਹੈਗੀ ਅੱਜ ਵੀ, ਇਹ ਜ਼ਬਾਨੀ ਕਲਾਮੀ ਗੱਲਾਂ ਨੇ। ਪਰ ਸਾਧ ਸੰਗਤ ਜੀ, ਏਡੇ ਵੱਡੇ ਵੱਡੇ ਲੀਡਰਾਂ ਦੀ ਕਹੀ ਹੋਈ ਗੱਲ 'ਤੇ ਯਕੀਨ ਕਰ ਲੈਣਾ ਕੋਈ ਮਾੜੀ ਗੱਲ ਤੇ ਹੈ ਨਹੀਂ ਸੀ। ਯਕੀਨ ਕਰ ਲਿਆ ਵੀ ਇਹ ਕਹਿੰਦੇ ਨੇ। ਜਦੋਂ 1947 ਆਇਆ, ਸਾਧ ਸੰਗਤ ਜੀ, ਬੰਗਾਲ ਤੇ ਪੰਜਾਬ ਨੂੰ ਵਿਚਾਲਿਓਂ ਚੀਰ ਦਿੱਤਾ ਗਿਆ। ਏਡਾ ਵੱਡਾ ਪੰਜਾਬ ਜਿਹਦੇ 12 ਜ਼ਿਲ੍ਹੇ, ਵਾਹਿਗੁਰੂ 18 ਜ਼ਿਲ੍ਹੇ ਪਾਕਿਸਤਾਨ 'ਚ ਪੰਜਾਬ ਦੇ ਰਹਿ ਗਏ। ਸਿਰਫ 9 ਜ਼ਿਲ੍ਹੇ ਭਾਰਤ ਵਿੱਚ ਆਏ। ਤੁਸੀਂ ਹਿਸਾਬ ਲਾਓ ਕਿ ਆਪਣੇ ਨਾਲੋਂ 2 ਗੁਣਾ ਧਰਤੀ ਜਿਹੜੀ ਪੰਜਾਬ ਦੀ ਸੀ ਪਾਕਿਸਤਾਨ ਵਿੱਚ ਰਹਿ ਗਈ। ਉਦੋਂ ਸਮੁੱਚੇ ਪੰਜਾਬ ਦੇ ਜਿਹੜਾ ਪੰਜਾਬ ਰਾਜ ਸੀ, ਪੰਜਾਬ ਦੇਸ਼ ਸੀ, ਉਹਦੇ 18 ਹੀ ਜ਼ਿਲ੍ਹੇ ਸੀ। ਸਾਧ ਸੰਗਤ ਜੀ, 26 ਜ਼ਿਲ੍ਹੇ 'ਚ 18 ਆਏ ਤੇ 9 ਆਪਣੇ 'ਚ ਆ ਗਏ। ਇੰਨੀ ਕੁ ਧਰਤੀ ਦੇ ਵਿੱਚ ਸਾਨੂੰ ਗੁਜ਼ਾਰਾ ਕਰਨ ਵਾਸਤੇ ਮਜਬੂਰ ਕੀਤਾ। ਤੇ ਫਿਰ ਹੋਇਆ ਕਿ ਸੈਂਕੜੇ ਗੁਰਦੁਆਰੇ, ਗੁਰਦੁਆਰਾ ਪੰਜਾ ਸਾਹਿਬ, ਨਨਕਾਣਾ ਸਾਹਿਬ, ਚੂਨਾ ਮੰਡੀ, ਬੇਅੰਤ ਗੁਰਦੁਆਰੇ ਉੱਧਰ ਰਹਿ ਗਏ। ਜਦ ਖੇਤ ਜ਼ਮੀਨਾਂ ਰਹਿ ਗਈਆਂ, ਇੱਜ਼ਤਾਂ ਲੁੱਟੀਆਂ ਗਈਆਂ। 10 ਲੱਖ ਬੰਦਾ ਮਾਰਿਆ ਗਿਆ, 10 ਲੱਖ। ਏਡਾ ਵੱਡਾ ਨੁਕਸਾਨ ਹੋਇਆ। ਤੇ ਫਿਰ ਅਸੀਂ ਪੰਜਾਬ ਦੀ ਧਰਤੀ 'ਤੇ ਆ ਕੇ ਪੈਰ ਧਰੇ ਵੀ ਚਲੋ ਫਿਰ ਵਸ ਜਾਵਾਂਗੇ। ਇਹ 1947 ਦੀ ਗੱਲ ਹੈ। ਮੈਂ ਅੱਜ 2.5 ਮਹੀਨਿਆਂ ਦੇ ਬਾਅਦ ਇਸੇ ਸਾਲ 1947 ਅਕਤੂਬਰ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਨੇ, ਦੇਸ਼ ਦੀ ਵੰਡ ਕਿਉਂ ਹੋਈ ਮੈਂ ਇਹਦੇ ਵਿੱਚ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਸਿਰਫ ਪੰਡਿਤ ਨਹਿਰੂ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਦੇਸ਼ ਵੰਡਿਆ ਗਿਆ ਸੀ, ਹੋਰ ਕੋਈ ਕਾਰਨ ਨਹੀਂ ਸੀ। ਪਰ 1947 ਵਿੱਚ ਅਕਤੂਬਰ ਦੇ ਮਹੀਨੇ ਵਿੱਚ ਇੱਕ ਸਰਕੂਲੇਟ ਕੱਢਿਆ ਦੇਸ਼ ਦੇ ਗ੍ਰਹਿ ਮੰਤਰੀ ਪਟੇਲ ਨੇ ਕਿ ਸਿੱਖ ਜਰਾਇਮ ਪੇਸ਼ਾ ਕੌਮ ਹੈ। ਜਰਾਇਮ ਪੇਸ਼ਾ ਕੀ ਹੁੰਦਾ ਹੈ? ਧਾੜਵੀ, ਕਾਤਲ, ਬਲਾਤਕਾਰੀ, ਚੋਰ। ਇਹ ਸਾਨੂੰ ਫਤਵਾ ਦਿੱਤਾ ਕਿ ਇਹ ਸਿੱਖ ਇਹੋ ਜਿਹੇ ਹੁੰਦੇ ਆ, ਇਹਨਾਂ ਤੇ ਖਾਸ ਨਜ਼ਰ ਰੱਖੀ ਜਾਵੇ। ਉਦੋਂ ਹੁਸ਼ਿਆਰਪੁਰ ਦਾ, ਕਾਂਗੜ ਦਾ ਡੀਸੀ ਸੀਗਾ ਸਰਦਾਰ ਕਪੂਰ ਸਿੰਘ। ਹੁਣ ਸਾਰੇ ਡੀਸੀਆਂ ਨੂੰ ਸਰਕੂਲੇਟ ਕੱਢੇ ਤਾਂ ਉਹਦੇ ਕੋਲ ਵੀ ਜਾਣਾ ਹੀ ਸੀ। ਉਹਨੇ ਪੜ੍ਹਿਆ, ਉਹਦਾ ਮੱਥਾ ਠਣਕਿਆ। ਉਹਨੇ ਸਿੱਖ ਸਰਦਾਰਾਂ ਨੂੰ, ਸਿੱਖ ਆਗੂਆਂ ਨੂੰ ਇੱਕ ਪੱਤਰਕਾ ਲਿਖੀ ਕਿ ਆਪਾਂ ਫਿਰ ਲੁੱਟੇ ਗਏ, ਇਹ ਗੁਲਾਮੀ 'ਚੋਂ ਨਿਕਲ ਕੇ ਉਦੋਂ ਵੱਡੀ ਗੁਲਾਮੀ 'ਚ ਫਸਣ ਲੱਗੇ ਆ। ਤੇ ਨਾਲ ਹੀ ਉਹਨੇ ਆਪਣੇ ਡੀਸੀ ਪਦ ਤੋਂ ਅਸਤੀਫਾ ਦੇ ਦਿੱਤਾ। ਸਾਧ ਸੰਗਤ ਜੀ, ਫਿਰ ਗੱਲ ਅੱਗੇ ਆਈ ਕਿ ਭਾਰਤ ਨੂੰ ਵੰਡਿਆ ਜਾਵੇ ਪ੍ਰਾਂਤਾਂ ਦੇ ਵਿੱਚ। ਹਾਲਾਂਕਿ ਪੰਜਾਬ ਪ੍ਰਾਂਤ ਨਹੀਂ ਸੀ, ਪੰਜਾਬ ਤਾਂ ਦੇਸ਼ ਸੀ। ਸ਼ਾਹ ਮੁਹੰਮਦ ਦੀਆਂ ਲਿਖਤਾਂ ਪੜ੍ਹ ਲਓ। ਜਦੋਂ ਲਿਖਦਾ ਹੈ
ਕਿ ਸ਼ਾਹ ਮੁਹੰਮਦ ਆ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ। ਸਾਧ ਸੰਗਤ, ਦੇਸ਼ ਸੀਗਾ ਦੇਸ਼ ਪੰਜਾਬ, ਜਿਹੜਾ ਸਟੇਟ ਵਾਸਤੇ ਤਰਲੇ ਮਾਰਨ ਲੱਗ ਪਿਆ ਵੀ ਸਾਨੂੰ ਪ੍ਰਾਂਤ ਹੀ ਬਣਾ ਦਿਓ, ਨਹੀਂ ਬਣਾਇਆ। ਫਿਰ 1953 ਦੇ ਵਿੱਚ ਸੂਬਿਆਂ ਦੀ ਬਣਤਰ ਮਰੀ। ਮੈਂ ਤਾਂ ਟੂਕ ਮਾਤਰ ਕਹਿ ਰਿਹਾ ਕਿ ਬਲੂ ਸਟਾਰ ਕਿਉਂ ਹੋਇਆ। ਬਣਤਰ ਬਣੀ ਵੀ ਬੋਲੀ ਦੇ ਆਧਾਰ ਤੇ ਸੂਬੇ ਬਣੇ, ਪਰ ਪੰਜਾਬੀ ਦੇ ਆਧਾਰ ਤੇ ਸੂਬਾ ਨਹੀਂ ਬਣਿਆ। ਕਿਸੇ ਇੱਕ ਵੀ ਪ੍ਰਾਂਤ ਨੇ ਮੋਰਚਾ ਨਹੀਂ ਲਾਇਆ, ਅੰਦੋਲਨ ਨਹੀਂ ਕੀਤਾ, ਐਪਲੀਕੇਸ਼ਨਾਂ ਨਹੀਂ ਦਿੱਤੀਆਂ, ਆਪਣੇ ਆਪ ਬਣ ਗਏ। ਹਿਮਾਚਲ ਬਣ ਗਿਆ, ਹਰਿਆਣਾ ਬਣ ਗਿਆ, ਬਹੁਤ ਕੁਝ ਬਣ ਗਿਆ। ਸਿੱਖ ਕਹਿੰਦੇ ਵੀ ਸਾਡਾ ਵੀ ਕੁਝ ਨਾ ਕੁਝ ਪ੍ਰਾਂਤ ਬਣਨਾ ਚਾਹੀਦਾ ਹੈ। 1953 ਵਿੱਚ ਪੰਜਾਬ ਨਾ ਬਣਿਆ। 55 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਠ ਹੋਇਆ ਵੀ ਅਸੀਂ ਪੰਜਾਬੀ ਸੂਬੇ ਦੀ ਮੰਗ ਕਰਨ ਵਾਸਤੇ ਵਿਉਂਤਬੰਦੀ ਕਰਨੀ ਆ। ਤਾਂ ਸਾਧ ਸੰਗਤ, ਉਦੋਂ ਸਟੇਟਾਂ ਦੇ ਡੀਜੀਪੀ ਨਹੀਂ ਸੀ ਹੁੰਦੇ, ਉਦੋਂ ਡੀਆਈਜੀ ਹੁੰਦਾ ਸੀ ਸਟੇਟ ਦਾ ਮਾਲਕ ਪੁਲਿਸ ਦਾ। ਉਦੋਂ ਅਸ਼ਵਨੀ ਕੁਮਾਰ ਸੀ ਤੇ ਉਹਨੇ ਸੰਦੇਸ਼ ਦੇ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪੁਲਿਸ ਭੇਜ ਦਿੱਤੀ ਬੂਟਾਂ ਸਮੇਤ। ਕਾਫੀ ਨੁਕਸਾਨ ਹੋਇਆ, ਡਾਂਗ ਛੋਟੇ ਚੱਲੇ। ਗੱਲ ਕੀ ਸੀ ਵੀ ਪੰਜਾਬੀ ਸੂਬਾ ਮੰਗਦੇ ਸੀ। ਫਿਰ ਪੰਜਾਬੀ ਸੂਬੇ ਦਾ ਮੋਰਚਾ ਲੱਗਾ। ਪੰਜਾਬੀ ਸੂਬੇ ਨਾਂ ਦੇ ਉੱਪਰ ਪਾਬੰਦੀ ਲਾ ਦਿੱਤੀ ਗਈ। ਤੁਸੀਂ ਪੰਜਾਬੀ ਸੂਬਾ ਨਹੀਂ ਕਹਿ ਸਕਦੇ, ਜਿਵੇਂ ਅੱਜ ਖਾਲਿਸਤਾਨ ਨਹੀਂ ਕਹਿ ਸਕਦੇ। ਪਾਬੰਦੀ ਲਾਤੀ ਨਾ, ਸੁਪਰੀਮ ਕੋਰਟ ਨਹੀਂ ਲਾਉਂਦਾ ਪਾਬੰਦੀ, ਇੱਥੋਂ ਦੇ ਬੈਰੋਕਰੇਟ ਲਾਉਂਦੇ ਨੇ। ਪਰ ਫਿਰ ਜਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਤੇ ਫਿਰ ਛੋਟੇ ਛੋਟੇ ਨੌਜਵਾਨ, ਛੋਟੇ ਛੋਟੇ ਬੱਚੇ, ਨੌਜਵਾਨ, ਬਜ਼ੁਰਗ, ਬੀਬੀਆਂ ਸਾਰੇ ਜੇਲ੍ਹਾਂ ਨੂੰ ਤੁਰ ਪਏ। ਇੱਕ ਛੋਟਾ ਜਿਹਾ ਕਾਕਾ ਇੰਦਰਜੀਤ ਜਿਹੜਾ 8ਵੀਂ ਜਮਾਤ ਵਿੱਚ ਪੜ੍ਹਦਾ ਹੋਇਆ ਜੱਥੇ ਚਲਿਆ ਗਿਆ। ਉਹਨੇ ਸਿੱਖਾਂ ਦੀਆਂ ਵਿਚਾਰਾਂ ਸੁਣੀਆਂ ਤੇ ਜੇਲ੍ਹ ਦੀਆਂ ਬੈਰਕਾਂ ਦੇ ਵਿੱਚ ਜਾਂਦਾ ਜਾਂਦਾ ਉਹ ਕਹਿੰਦਾ ਪੰਜਾਬੀ ਸੂਬਾ ਜਿੰਦਾਬਾਦ। ਤੇ ਅਧਿਕਾਰੀਆਂ ਨੇ ਕੁੱਟ ਕੇ ਉਹਦਾ ਕਤਲ ਕਰਕੇ ਜੇਲ੍ਹ ਦੇ ਖੂਜ ਵਿੱਚ ਸੁੱਟ ਦਿੱਤਾ ਗਿਆ। ਇਹ ਆਜ਼ਾਦੀ ਤੋਂ ਬਾਅਦ ਦੀਆਂ ਗੱਲਾਂ, ਆਜ਼ਾਦ ਭਾਰਤ ਦੀਆਂ ਗੱਲਾਂ। ਇਹ ਸਾਧ ਸੰਗਤ ਜੀ, ਫਿਰ 1966 ਦੇ ਵਿੱਚ ਉਦੋਂ ਪੰਜਾਬੀ ਸੂਬਾ ਦਿੱਤਾ ਜਦੋਂ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਭਰ ਗਈਆਂ। ਕੋਈ ਹਿੰਦੁਸਤਾਨ ਦੀ ਸਟੇਟ ਨਹੀਂ ਜਿਹਦੇ ਕੋਲ ਆਪਣਾ ਹਾਈ ਕੋਰਟ ਨਹੀਂ, ਆਪਣੀ ਰਾਜਧਾਨੀ ਨਹੀਂ, ਆਪਣੇ ਬੋਲਦੇ ਇਲਾਕੇ ਨਹੀਂ। ਸਾਡੇ ਤੋਂ ਤਾਂ ਵੱਡੇ ਵੱਡੇ ਇਲਾਕੇ ਖੋਲ੍ਹ ਲਏ, ਡਲਹੌਜੀ ਖੋਲ੍ਹ ਲਿਆ, ਊਨਾ ਖੋਲ੍ਹ ਲਿਆ, ਸਾਧ ਸੰਗਤ ਜੀ ਗੰਗਾ ਨਗਰ ਖੋਲ੍ਹ ਲਿਆ, ਹਰਿਆਣਾ ਅਲੱਗ ਕਰ ਦਿੱਤਾ, ਹਿਮਾਚਲ ਵਿੱਚੋਂ ਕੱਢ ਲਿਆ ਗਿਆ ਬਿਨਾਂ ਰਾਜਧਾਨੀ ਤੇ ਹਾਈ ਕੋਰਟ ਤੋਂ। ਕਿਹਾ ਵੀ ਆਹ ਤੁਹਾਡਾ ਪੰਜਾਬੀ ਸੂਬਾ, ਲੈ ਲਿਆ ਆਪਾਂ। ਰਹੋ ਵਿਚਾਰ, ਗੱਲ ਇੱਥੇ ਨਹੀਂ ਸੀ, ਗੱਲ ਤੇ ਤੁਹਾਨੂੰ ਕੁਚਲਣ ਦੀ ਸੀ। ਫਿਰ ਕੀ ਹੋਇਆ, ਉਸ ਤੋਂ ਬਾਅਦ ਸਾਧ ਸੰਗਤ ਫਿਰ ਸਾਡੇ ਧਰਮ ਨੂੰ ਕੁਚਲਣ ਵਾਸਤੇ ਇੱਥੇ ਅਖੌਤੀ ਗੁਰੂ ਖੜੇ ਕੀਤੇ ਗਏ। ਅਖੌਤੀ ਗੁਰੂ। ਤੇ ਇਹਦੋਂ ਦੌਰਾਨ ਇੱਕ ਹੋਰ ਕਹਾਣੀ ਵਾਪਰੀ, ਕੋਈ ਚੂੰ ਨਾ ਕਰੇ, ਇੱਥੇ ਐਮਰਜੈਂਸੀ ਲਾ ਦਿੱਤੀ ਗਈ। ਐਮਰਜੈਂਸੀ ਦੇ ਵਿੱਚ ਸਭ ਰਾਜਨੀਤਿਕ ਲੋਕ ਫੜ ਕੇ ਜੇਲ੍ਹਾਂ 'ਚ ਬੰਦ ਕਰ ਦਿੱਤੇ ਗਏ। ਮੀਸਾ ਲਾ ਦਿੱਤੀ ਗਈ ਵੀ 4 ਬੰਦੇ ਇਕੱਠੇ ਨਹੀਂ ਹੋ ਸਕਦੇ। ਉਦੋਂ ਵੀ ਦਮਦਮੀ ਟਕਸਾਲ ਦਾ ਇੱਕ ਮਰਦੇ ਮਜਾਦ ਸੱਚਖੰਡ ਵਾਸੀ ਸੰਤ ਕਰਤਾਰ ਸਿੰਘ ਖਾਲਸਾ ਗਰਜਿਆ, ਜਿਹਨੇ ਪੰਜਾਬ ਦੀ ਫਿਜ਼ਾ ਨੂੰ ਜਗਾ ਕੇ ਰੱਖ ਦਿੱਤਾ। ਵੱਡੇ ਵੱਡੇ ਜਲੂਸ ਕੱਢੇ, 100 ਕਿਲੋਮੀਟਰ ਦਾ ਇੱਕ ਜਲੂਸ ਕੱਢਿਆ ਤੇ ਹਜ਼ਾਰਾਂ ਟਰੱਕ, ਬੱਸਾਂ, ਗੱਡੀਆਂ ਲੈ ਕੇ ਕਿਹਾ ਤੇ ਵੱਡੇ ਵੱਡੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਕੀਤੇ। ਮੈਨੂੰ ਯਾਦ ਹੈ ਬਾਬਾ ਬੁੱਢਾ ਦੀ ਬੀੜ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਹੋਇਆ ਤੇ ਸੰਤਾਂ ਨੇ ਲਲਕਾਰ ਕੇ ਕਿਹਾ ਸੀ, ਕਹਿੰਦੇ ਉਹ ਸੰਤ ਹੀ ਨਹੀਂ ਹੋ ਸਕਦਾ ਜਦੋਂ ਕੌਮ ਤੇ ਵਿਪਤਾ ਹੋਵੇ ਤੇ ਫਿਰ ਕੁੰਡੀਆਂ ਮਾਰ ਕੇ ਅੰਦਰ ਬੈਠ ਜਾਏ, ਮੋਹਨ ਧਰ ਕੇ ਬੈਠ ਜਾਏ, ਬਾਹਰ ਕੋਈ ਮਿਲਣਾ ਵੀ ਤਾਂ ਮਿਲੇ ਹੀ ਨਾ, ਉਹ ਨਹੀਂ ਸੰਤ ਹੋ ਸਕਦਾ, ਪ੍ਰਚਾਰਕ ਨਹੀਂ ਹੋ ਸਕਦਾ। ਆਹ ਕਹਿੰਦੇ ਅਸੀਂ ਇਕੱਠ ਕੀਤਾ, ਅੰਮ੍ਰਿਤ ਵੀ ਛਕਾਵਾਂਗੇ, ਨਗਰ ਕੀਰਤਨ ਕੱਢਾਂਗੇ, ਜੇ ਮੀਸਾ ਸਾਡੇ ਤੇ ਲੱਗਦੀ ਹੈ ਸਾਨੂੰ ਗ੍ਰਿਫਤਾਰ ਕਰੋ, ਫੜ ਲਓ। ਬਾਬਾ ਖੜਕ ਸਿੰਘ ਉੱਠੇ, ਕਹਿੰਦੇ ਆ ਇੱਕ ਸ਼ੇਰ ਨੂੰ ਪਾਓ ਹੱਥ, ਜੇ ਵੇਖਣਾ ਸਿੱਖ ਕੌਮ ਦਾ ਰੋਹ ਵੇਖਣਾ ਤਾਂ
ਸਾਧ ਸੰਗਤ ਜਕਾਰੇ ਲੱਗੇ, ਕਿਹਨੇ ਫੜਨਾ ਸੀ? ਨਹੀਂ ਫੜਿਆ ਕਿਸੇ ਨੇ। ਰਹੋ ਵਿਚਾਰ। ਉਸ ਤੋਂ ਬਾਅਦ ਸਾਧ ਸੰਗਤ ਜੀ ਫਿਰ ਆਏ, ਜਿਹੜੇ ਸਟੇਟਾਂ ਦੇ ਕੋਲ ਆਪਣੇ ਸਰੋਤ ਸੀਗੇ, ਸਰੋਤ, ਕਿਤੋਂ ਕੋਇਲਾ ਨਿਕਲਦਾ ਹੈ, ਕਿਤੋਂ ਪੱਥਰ ਨਿਕਲਦਾ, ਕਿਤੋਂ ਤੇਲ ਨਿਕਲਦਾ ਹੈ, ਕਿਸੇ ਸਟੇਟ ਵਿੱਚ ਚਾਹ ਪੈਦਾ ਹੁੰਦੀ ਆ। ਸਾਧ ਸੰਗਤ ਜੀ ਜਦੋਂ ਇਹ ਇੱਕ ਦੂਜੀਆਂ ਸਟੇਟਾਂ ਨੂੰ ਅੰਨ ਪ੍ਰਦਾਨ ਕਰਦੇ ਆ ਨਾ, ਤਾਂ ਉਹਦਾ ਕਮਿਸ਼ਨ ਦਿੰਦੇ ਆਪਾਂ ਉਸ ਸਟੇਟ ਨੂੰ, ਜਿਹਨੂੰ ਰਿਐਲਿਟੀ ਕਹਿੰਦੇ। ਰਿਐਲਿਟੀ ਮਿਲਦੀ ਹੈ। ਤੇ ਪੰਜਾਬ ਕੋਲ ਤਾਂ ਹੈ ਨਹੀਂ ਸੀ ਕੁਛ। ਪੰਜਾਬ ਕੋਲ ਦਰਿਆ ਸੀਗੇ, ਦਰਿਆ। ਜੇ ਕਿਤੇ ਹੜ੍ਹ ਆਉਣ ਤਾਂ ਤਬਾਹੀ ਸਾਡੀ ਹੁੰਦੀ ਹੈ। ਪਰ ਜੇ ਪਾਣੀ ਲੈਣਾ ਸੀ, ਭਾਵੇਂ ਉਹ ਦਿੱਲੀ ਨੇ ਪਾਣੀ ਲੈ ਲਿਆ, ਭਾਵੇਂ ਉਹ ਰਾਜਸਥਾਨ ਨੇ ਲੈ ਲਿਆ, ਸਾਨੂੰ ਰਿਐਲਿਟੀ ਕੋਈ ਨਹੀਂ ਮਿਲੀ, ਅੱਜ ਤੱਕ ਵੀ ਨਹੀਂ ਮਿਲੀ। ਇਹਨਾਂ ਪਾਣੀਆਂ ਤੇ ਜਿਹੜੇ ਡੈਮ ਬਣੇ, ਉਹਦੀ ਬਿਜਲੀ ਤੋਂ ਤੁਸੀਂ ਇੱਕ ਲਾਈਟ ਦਾ ਬਲਬ ਨਹੀਂ ਜਗਾ ਸਕਦੇ। ਉਹ ਬਿਜਲੀ ਤੁਹਾਨੂੰ ਨਹੀਂ ਮਿਲੀ। ਤੁਹਾਨੂੰ ਤਾਂ ਵੱਖਰੇ ਪ੍ਰੋਜੈਕਟ ਲਾਉਣੇ ਪਏ, ਥਰਮਲ ਪਲਾਂਟ ਲਾਉਣੇ ਪਏ। ਇਹ ਵਿਤਕਰੇ ਨਹੀਂ ਹੋਏ। ਇਹ ਸਭ ਕੁਝ ਸਾਡੇ ਨਾਲ ਵਾਪਰਿਆ ਨਹੀਂ। ਸਾਧ ਸੰਗਤ ਜੀ ਉਸ ਤੋਂ ਬਾਅਦ ਅਖੌਤੀ ਗੁਰੂ ਖੜੇ ਕੀਤੇ ਵੀ ਸਿੱਖਾਂ ਨੂੰ ਭਰਮ ਭੁਲੇਖਿਆਂ 'ਚ ਪਾ ਦਿਓ ਵੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਬਹੁਤੀ ਗੱਲ ਨਹੀਂ, ਇੱਥੇ ਬੰਦਾ ਵੀ ਗੁਰੂ ਹੋ ਸਕਦਾ ਹੈ। ਜਦੋਂ ਇਸ ਗੱਲ ਦਾ ਵਿਰੋਧ ਹੋਇਆ, ਫਿਰ ਪੰਜਾਬ ਦੀ ਪ੍ਰੈਸ ਨੇ ਵਿਰੋਧ ਕੀਤਾ। ਇੱਥੋਂ ਤੱਕ ਵਿਰੋਧ ਕੀਤਾ, ਧੰਨ ਕਲਗੀਧਰ ਪਾਤਸ਼ਾਹ ਦੇ ਖਿਲਾਫ ਅਪਸ਼ਬਦ ਲਿਖੇ ਗਏ। ਅਕਾਲ ਤਖਤ ਦੇ ਜਥੇਦਾਰ ਦੇ ਖਿਲਾਫ ਗਦਾਰ ਤੱਕ ਲਿਖਿਆ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਗਦਾਰ ਲਿਖਿਆ ਗਿਆ। ਜਦੋਂ ਇੱਥੋਂ ਤੱਕ ਗੱਲ ਵੱਧ ਗਈ, ਸਿੱਖ ਨੌਜਵਾਨਾਂ ਨੇ ਨਹੀਂ ਬਰਦਾਸ਼ਤ ਕੀਤਾ ਤੇ ਫਿਰ ਉਹਨੂੰ ਗੱਡੀ ਚੜ੍ਹਾ ਦਿੱਤਾ। ਨਿਗਾਹ ਸੀ ਸਿਰਫ ਦਮਦਮੀ ਟਕਸਾਲ ਤੇ, ਦਮਦਮੀ ਟਕਸਾਲ ਦੇ ਕੇਂਦਰ ਤੇ ਸੰਤ ਜਰਨੈਲ ਸਿੰਘ ਖਾਲਸਾ ਤੇ, ਵੀ ਇਹ ਸੱਚ ਬੋਲਦਾ ਹੈ, ਦੁਨੀਆ ਨੂੰ ਜਾਗਰਤ ਕਰ ਰਿਹਾ ਹੈ, ਇਹਨੂੰ ਘੇਰਾ ਪਾਈਏ। ਤਾਂ ਸਾਧ ਸੰਗਤ ਜੀ ਇੱਕ ਝੂਠੇ ਕੇਸ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਕਿ ਇੱਕ ਅਖਬਾਰ ਦਾ ਐਡੀਟਰ ਜਿਹੜਾ ਮਾਰਿਆ ਉਹ ਸੰਤ ਜਰਨੈਲ ਸਿੰਘ ਨੇ ਮਰਵਾਇਆ। ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉਦੋਂ ਚੰਦੋ ਕਲਾਂ ਵਿਖੇ ਧਰਮ ਪ੍ਰਚਾਰ ਕਰ ਰਹੇ ਸਨ। ਕੋਈ ਦੁਨੀਆ ਦਾ ਕਾਨੂੰਨ ਦੱਸ ਦਿਓ ਸਾਨੂੰ, ਅੱਜ ਵੀ ਦੱਸ ਦਿਓ ਵੀ ਜੇ ਤੁਸੀਂ ਨਾਮਜ਼ਦ ਕਰ ਲਿਆ, ਤੁਹਾਨੂੰ ਭੁਲੇਖਾ ਲੱਗਾ, ਸ਼ੰਕਾ ਪੈ ਗਈ, ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲ ਗਈ, ਤੁਸੀਂ ਉਹਨੂੰ ਵਾਰੰਟ ਦਿੱਤੇ? ਹਾਂ, ਵਾਰੰਟ ਦੇਣ ਗਏ। 500 ਬੰਦਾ ਵਾਰੰਟ ਦੇਣ ਗਿਆ, 500, ਜਿਹਦੇ 'ਚ 3 SSP, ਜਿਹਦੇ ਵਿੱਚ 12 SP, 5 ਜ਼ਿਲ੍ਹਿਆਂ ਦੀ ਪੁਲਿਸ ਤੇ ਹਰਿਆਣੇ ਦੀ ਪੁਲਿਸ ਵੱਖਰੀ ਲਈ ਵਾਰੰਟ ਦੇਣ ਚੱਲਿਆ। ਵੀ ਵਾਰੰਟ ਐਂ ਦੇਈਦੇ ਆ। ਚੰਦੋ ਕਲਾਂ ਆਏ ਵਾਰੰਟ ਦੇਣ। ਅਸਲ ਵਿੱਚ ਵਾਰੰਟ ਨਹੀਂ ਸੀ ਦੇਣੇ, ਘੇਰ ਕੇ ਇੱਥੇ ਮੁਕਾਬਲਾ ਬਣਾ ਕੇ ਖਤਮ ਕਰਨਾ ਸੀ। ਆਪਾਂ ਸਾਰੇ ਸਮਝ ਸਕਦੇ ਹਾਂ ਵੀ 500 ਬੰਦਾ ਵਾਰੰਟ ਦੇਣਾ ਹੁੰਦਾ ਪੁਲਿਸ ਦਾ। ਸ਼ਾਮਾਂ ਪਈਆਂ, ਦਿਨ ਭਰ ਨਹੀਂ ਗਿਆ ਕੋਈ ਉੱਥੇ, ਸ਼ਾਮਾਂ ਪਈਆਂ ਤੇ ਫਿਰ ਗੁਰਦੁਆਰਾ ਸਾਹਿਬ ਦੇ ਕੋਲ ਪੰਚਾਇਤਾਂ ਨੂੰ ਨਾਲ ਲੈ ਕੇ ਪੁੱਛਿਆ ਵੀ ਤੁਹਾਡੇ ਇੱਥੇ ਪਿੰਡ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਆਏ ਆ? ਉਹ ਕਹਿੰਦੇ ਆਏ ਹੋਏ ਆ, ਪਰ ਅੱਜ ਸ਼ਾਮੀ ਉਹ ਚਲੇ ਗਏ। ਕਿੱਥੇ ਗਏ? ਕਹਿੰਦੇ ਸਾਨੂੰ ਇਹ ਨਹੀਂ ਪਤਾ, ਦੱਸ ਕੇ ਨਹੀਂ ਗਏ, ਚਲੇ ਗਏ ਨੇ। ਬੜਾ ਗੁੱਸਾ ਆਇਆ। ਕਹਿੰਦੇ ਨਹੀਂ, ਤੁਸੀਂ ਪਿੰਡ 'ਚ ਲੁਕਾਇਆ ਹੋਇਆ ਸੀ, ਵੇਖਣਾ। ਪਿੰਡ ਦੀ ਤਲਾਸ਼ੀ ਲਈ, ਪਿੰਡ ਦਾ ਮਾਲ ਸਵਾਬ ਲੁੱਟ ਲਿਆ ਗਿਆ। ਸਾਧ ਸੰਗਤ ਜੀ ਇੱਥੇ ਹੀ ਬਸ ਨਹੀਂ, ਵਾਰੰਟ ਦੇਣੇ ਸੀ ਨਾ। ਪੰਚਾਇਤ ਨੇ ਕਿਹਾ ਵੀ ਲਿਆਓ ਵਾਰੰਟ, ਸਾਨੂੰ ਦਿਓ, ਅਸੀਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੂੰ ਤੁਹਾਡੇ ਵਾਰੰਟ ਪਹੁੰਚਦੇ ਕਰ ਦਾਂਗੇ। ਸਤਿਕਾਰਯੋਗ ਬਾਬਾ ਠਾਕਰ ਸਿੰਘ ਜੀ ਉੱਥੇ ਸੀ ਵੀ ਇਹਨਾਂ ਨੂੰ ਵਾਰੰਟ ਦੇ ਦਿਓ। ਉਲਟਾ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਬਾਬਾ ਠਾਕਰ ਸਿੰਘ ਜੀ ਨੂੰ 18 ਸਿੰਘਾਂ ਨੂੰ ਨਾਲ ਗ੍ਰਿਫਤਾਰ ਕਰ ਲਿਆ। ਤੇ ਜਿਹੜੀਆਂ ਬਾਹਰ ਬੱਸਾਂ ਖੜੀਆਂ ਸੀ, ਜਿਹਦੇ ਵਿੱਚ ਸਿੰਘਾਂ ਦੇ ਪੜ੍ਹਨ ਵਾਲੀਆਂ ਪੋਥੀਆਂ, ਗੁਟਕੇ, ਲਿਟਰੇਚਰ, ਟਕਸਾਲ ਦਾ ਸਾਹਿਤ, ਉੱਥੇ ਡੀਆਰ ਭੱਟੀ ਨੇ ਅੱਗ ਲਾਤੀ। ਅੱਗ ਵੀ ਵਾਰੰਟ ਦਿੱਤੇ ਜਾ ਰਹੇ ਹੈ ਕੋਈ ਕਾਨੂੰਨ? ਇਹ ਅੱਗ ਲਾ ਕੇ ਬੱਸਾਂ ਸਾੜਤੀਆਂ। ਜਿਹੜੇ ਦੇ ਢਾਂਚੇ ਬਚੇ ਉਹ ਚੱਕ ਕੇ ਥਾਣੇ ਚੰਦੋ ਕਲਾਂ ਲੈ ਗਏ ਤੇ ਸੰਤ ਮਹਿਤੇ ਪਹੁੰਚ ਗਏ। ਫਿਰ SSP ਨੂੰ ਪੁੱਛਦੇ ਨੇ ਅੰਮ੍ਰਿਤਸਰ ਨੂੰ ਵੀ ਪਤਾ ਕਰੋ ਸੰਤ ਮਹਿਤੇ ਨੇ। ਉਹਨੇ ਪਤਾ ਕਰਕੇ ਦੱਸ ਦਿੱਤਾ ਵੀ ਹਾਂ ਸੰਤ ਤਾਂ ਮਹਿਤੇ ਨੇ। ਕੋਈ ਕਾਨੂੰਨ ਨਹੀਂ, ਕੋਈ ਅਦਾਲਤ ਨਹੀਂ, ਕੋਈ ਗੌਰਮੈਂਟ ਨਹੀਂ ਪੁੱਛਣ ਵਾਲੀ।
ਵੀ ਤੁਸੀਂ ਬੱਸਾਂ ਕਿਉਂ ਸਾੜਤੀਆਂ ਭਾਈ, ਪਿੰਡ ਕਿਉਂ ਲੁੱਟ ਲਿਆ, ਦੇਣੇ ਤਾਂ ਵਾਰੰਟੀ ਸੀ ਨਾ। ਫਿਰ ਜਾ ਕੇ ਸੰਤਾਂ ਨੂੰ ਮਿਲੇ ਉੱਥੇ ਮਹਿਤੇ, ਵੀ ਤੁਹਾਨੂੰ ਅਸੀਂ ਜੀ ਗ੍ਰਿਫਤਾਰ ਕਰਨਾ ਹੈ। ਸੰਤਾਂ ਦੇ ਪਹਿਲਾਂ ਬਾਬਾ ਠਾਕਰ ਸਿੰਘ ਜੀ ਸਮੇਤ ਸਾਰੇ ਸਿੰਘ ਇੱਥੇ ਆਉਣਗੇ, ਮੈਂ ਅਗਲਾ ਪ੍ਰੋਗਰਾਮ ਫਿਰ ਦੱਸਾਂਗਾ। ਸਾਧ ਸੰਗਤ ਜੀ, 9 ਤਰੀਕ ਨੂੰ ਕਤਲ ਹੋਇਆ ਸੀ, 12 ਤਰੀਕ ਨੂੰ ਬੱਸਾਂ ਸਾੜੀਆਂ ਗਈਆਂ, 14 ਤਰੀਕ ਨੂੰ ਵਾਰੰਟ ਦਿੱਤੇ ਗਏ, 16 ਤਰੀਕ ਨੂੰ ਬਾਬਾ ਠਾਕਰ ਸਿੰਘ ਨੂੰ ਰਿਹਾ ਕੀਤਾ ਗਿਆ। ਇਹ 1981 ਦੀ ਗੱਲ ਹੈ, ਸਤੰਬਰ ਮਹੀਨੇ ਦੀ। ਤੇ ਜਦੋਂ 16 ਤਰੀਕ ਨੂੰ ਬਾਬਾ ਠਾਕਰ ਸਿੰਘ ਜੀ ਰਿਹਾ ਹੋ ਕੇ ਆਏ, ਸ਼ਾਮਾਂ ਦੇ ਟਾਈਮ ਪਹੁੰਚੇ, ਉਸੇ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਐਲਾਨ ਕਰ ਦਿੱਤਾ ਕਿ ਮੈਂ 20 ਤਰੀਕ ਨੂੰ ਇੱਥੋਂ ਗ੍ਰਿਫਤਾਰੀ ਦੇਵਾਂਗਾ, ਜਿਹੜੀ ਮੇਰੀ ਪੁੱਛਗਿੱਛ ਕਰਨੀ ਹੈ, ਜੋ ਮੇਰੇ ਨਾਲ ਕਰਨਾ ਕਰ ਲਓ। ਕਿਹੜਾ ਲੀਡਰ ਹੈ ਜਿਹੜਾ ਉੱਥੇ ਨਹੀਂ ਪਹੁੰਚਿਆ? ਧਾਰਮਿਕ, ਰਾਜਨੀਤਿਕ, ਕਾਰ ਸੇਵਾ ਵਾਲੇ, ਜਿੰਨੇ ਮਹਾਂਪੁਰਖ, ਸਭਾ ਸੁਸਾਇਟੀਆਂ, ਸਿੰਘ ਸਭਾਵਾਂ, ਸਭ ਪਹੁੰਚੇ ਸੰਤਾਂ ਕੋਲ ਵੀ ਤੁਸੀਂ ਗ੍ਰਿਫਤਾਰੀ ਨਾ ਦਿਓ। ਕਹਿੰਦੇ ਨਹੀਂ, ਗ੍ਰਿਫਤਾਰੀ ਦੇਵਾਂਗੇ। ਇਹ ਆਪਣਾ ਚਾਅ ਲਾ ਲੈਣ, ਵੇਖ ਲੈਣ, ਕਾਨੂੰਨੀ ਤਫਤੀਸ਼ ਕਰ ਲੈਣ। ਬਹੁਤ ਵੱਡਾ ਇਕੱਠ ਹੋ ਗਿਆ 20 ਤਰੀਕ ਨੂੰ। ਸਾਧ ਸੰਗਤ ਜੀ, ਸਮੇਂ ਦੇ ਮੁਤਾਬਕ ਗ੍ਰਿਫਤਾਰੀ ਦੇ ਦਿੱਤੀ ਗਈ। ਮੈਂ ਸੰਖੇਪ ਵਿੱਚ ਬੇਨਤੀ ਕਰਦਾ, ਸਮਾਂ ਦੌੜ ਰਿਹਾ। ਗ੍ਰਿਫਤਾਰੀ ਦੇ ਦਿੱਤੀ ਗਈ। ਸੰਤ ਹਲੇ ਉਹਨਾਂ ਨੂੰ ਗ੍ਰਿਫਤਾਰੀ ਗੱਡੀ 'ਚ ਬਿਠਾ ਕੇ ਬਿਆਸ ਲਿਆਏ ਹਲੇ, ਤੇ ਪਿੱਛੇ ਨਿਹੱਥੇ ਸਿੰਘਾਂ ਦੇ ਉੱਪਰ ਗੋਲੀਆਂ ਚਲਾ ਕੇ ਮਹਿਤੇ ਦੇ ਬਾਹਰ ਜਿਹੜੀਆਂ ਸੰਗਤਾਂ ਗ੍ਰਿਫਤਾਰੀ ਦੇ ਪ੍ਰੋਗਰਾਮ ਵਿੱਚ ਆਈਆਂ ਸੀ, ਉਹਨਾਂ ਵਿੱਚੋਂ 18 ਬੰਦਿਆਂ ਨੂੰ ਮਾਰ ਦਿੱਤਾ ਗਿਆ ਗੋਲੀਆਂ ਚਲਾ ਕੇ। ਹੈ ਕੋਈ ਕਾਨੂੰਨ? ਅਸਲ ਵਿੱਚ ਤੁਹਾਨੂੰ ਕੁਚਲਣਾ। ਸਾਧ ਸੰਗਤ ਜੀ, ਫਿਰ ਕੋਈ ਇਨਕੁਆਰੀ ਨਹੀਂ, ਕਿਸੇ ਨੂੰ ਕੋਈ ਸਜ਼ਾ ਨਹੀਂ। ਸੰਤ ਜੀ ਜੇਲ੍ਹ ਚਲੇ ਗਏ, ਕਈ ਦਿਨ ਵੱਖ-ਵੱਖ ਥਾਵਾਂ 'ਤੇ ਰੱਖ ਕੇ ਉਹਨਾਂ ਦੀ ਪੁੱਛਗਿੱਛ ਕੀਤੀ, ਫਿਰ ਫਿਰੋਜ਼ਪੁਰ ਜੇਲ੍ਹ ਭੇਜ ਦਿੱਤਾ। ਉੱਥੇ ਸਪੈਸ਼ਲ ਅਦਾਲਤਾਂ ਲੱਗੀਆਂ, ਨਹੀਂ ਤਾਂ ਭਰਤੀ। ਸਾਧ ਸੰਗਤ ਜੀ, ਉਸ ਕੇਸ ਦੀ ਤਫਤੀਸ਼ ਚੱਲਦੀ ਰਹੀ। ਅਖੀਰ ਜੱਜ ਨੇ ਕਿਹਾ ਵੀ ਜਿਹੜਾ ਬੰਦਾ ਮੌਕੇ 'ਤੇ ਪੰਜਾਬ ਵਿੱਚ ਹੀ ਹੈ ਨਹੀਂ, ਉਹਨੂੰ ਮੈਂ ਕਿਵੇਂ ਨਾਮਜ਼ਦ ਕਰ ਦਿਆਂ ਵੀ ਇਹ ਵੀ ਵਿੱਚ ਸੀ ਕਤਲ ਦੇ। 25 ਦਿਨਾਂ ਤੋਂ ਬਾਅਦ ਤਫਤੀਸ਼ ਪੂਰੀ ਹੋਈ, ਅਦਾਲਤ ਨੇ ਸੰਤਾਂ ਨੂੰ ਰਿਹਾ ਕਰ ਦਿੱਤਾ। ਸੰਤਾਂ ਨੇ ਸ਼ਰੇਆਮ ਗੌਰਮੈਂਟ ਨੂੰ ਪੁੱਛਿਆ ਵੀ ਜੇ ਮੇਰਾ ਕਸੂਰ ਸੀ ਤੇ ਮੈਨੂੰ ਛੱਡਣਾ ਨਹੀਂ ਸੀ, ਫਿਰ ਮੈਨੂੰ ਫਾਂਸੀ ਲਾ ਦਿੰਦੇ, ਤੇ ਮੇਰਾ ਕਸੂਰ ਹੀ ਕੋਈ ਨਹੀਂ ਤੇ ਬੱਸਾਂ ਸਾੜਤੀਆਂ, ਸਿੰਘ ਕਤਲ ਕਰਤੇ, 18 ਸਿੰਘ ਮਾਰ ਦਿੱਤੇ, ਮੈਨੂੰ ਜੇਲ੍ਹ ਵਿੱਚ ਭੇਜਿਆ, ਇਹ ਦਮਦਮੀ ਟਕਸਾਲ ਹੈ, ਇਸ ਤਰ੍ਹਾਂ ਤੁਸੀਂ ਜਲੀਲ ਕਰੋਗੇ? ਸਿੱਖ ਕੌਮ ਦੇ ਵਿੱਚ ਬਹੁਤ ਇੱਕ ਰੋਹ ਪੈਦਾ ਹੋਇਆ ਵੀ ਸਾਡੇ ਨਾਲ ਬਹੁਤ ਧੱਕਾ ਹੋ ਰਿਹਾ। ਰੋਹ ਵਿਚਾਰ। ਸੰਤ ਜੀ ਇਸੇ ਸਾਲ ਸਾਧ ਸੰਗਤ ਜੀ ਪ੍ਰਚਾਰ ਕਰਦਿਆਂ ਹੋਇਆ ਫਿਰ ਪ੍ਰਚਾਰ ਵਹੀਰ 'ਤੇ ਨਿਕਲੇ। ਪ੍ਰਚਾਰ ਵਹੀਰ 'ਤੇ ਚਲਦਿਆਂ ਚਲਦਿਆਂ ਮਹਾਂਪੁਰਖ ਪੰਜਾਬ ਦਾ ਦੌਰਾ ਕਰਦਿਆਂ ਪਟਿਆਲੇ ਤੋਂ ਹਰਿਆਣੇ 'ਚ ਆਏ, ਹਰਿਆਣੇ ਤੋਂ ਦਿੱਲੀ, ਦਿੱਲੀ ਤੋਂ ਬੰਬੇ ਚਲੇ ਗਏ। ਇੱਥੇ ਇੱਕ ਮਨਸੂਬਾ ਬਣਾਇਆ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਕਿ ਇੱਥੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ, ਗ੍ਰਿਫਤਾਰ ਕਰਕੇ ਇਹਨਾਂ ਨੂੰ ਇੱਥੇ ਜੇਲ੍ਹ 'ਚ ਸੁੱਟ ਦਿੱਤਾ ਜਾਵੇ, ਕੌਣ ਪੁੱਛਣ ਵਾਲਾ ਹੈ। ਗ੍ਰਿਫਤਾਰੀ ਵਾਰੰਟ ਭੇਜੇ ਇੱਥੋਂ ਪੰਜਾਬ ਤੋਂ। ਸਾਧ ਸੰਗਤ ਜੀ, ਮਹਾਂਪੁਰਖਾਂ ਨੂੰ ਪਤਾ ਲੱਗ ਗਿਆ। ਉਹ ਕੁਝ ਕੁ ਸਿੰਘਾਂ ਦੇ ਨਾਲ, ਆਪਣੇ ਢੰਗ ਦੇ ਨਾਲ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਸਾਧ ਸੰਗਤ ਜੀ ਬਹੁਤ ਸਾਰੇ ਗੁਰੂ ਕੇ ਸਿੰਘਾਂ, ਕੁੰਦਨ ਸਿੰਘ ਹੋਣਾ ਨੇ, ਹੋਰ ਕਈ ਸਿੰਘਾਂ ਨੇ, ਦਾਰਾ ਸਿੰਘ ਹੋਣਾ ਨੇ ਆਪਣੇ ਆਪ ਨੂੰ ਜੋਖਮ ਵਿੱਚ ਪਾ ਕੇ ਮਹਾਂਪੁਰਖਾਂ ਨੂੰ ਉੱਥੋਂ ਕੱਢਿਆ। ਮਹਾਂਪੁਰਖ ਫਿਰ ਲੰਮਾ ਸਮਾਂ ਪੈਂਡਾ ਤੈਅ ਕਰਕੇ ਮਹਿਤੇ ਪਹੁੰਚ ਗਏ ਤੇ ਉੱਥੇ ਘੇਰਾ ਪਿਆ ਹੋਇਆ ਗੁਰਦੁਆਰਾ ਸਿੰਘ ਸਭਾ ਦਾਦਰ ਵਿਖੇ, ਹਲੇ ਵੀ ਘੇਰਾ ਪਿਆ ਹੈ। ਪਰ ਜਦੋਂ ਪਤਾ ਲੱਗਾ ਵੀ ਸੰਤ ਤੇ ਮਹਿਤੇ ਪਹੁੰਚ ਗਏ ਨੇ, ਫਿਰ ਮੱਥੇ ਠਣਕਦੇ ਰਹਿ ਗਏ ਵੀ ਉਹ ਤਾਂ ਉੱਥੇ ਚਲੇ ਗਏ, ਇੱਥੇ ਬੱਸ ਨਹੀਂ ਹੋਈ। ਫਿਰ ਕੀ ਕੀਤਾ ਵੀ ਹੁਣ ਇਉਂ ਕਰੋ, ਸੰਤਾਂ ਦੇ ਆਲੇ ਦੁਆਲੇ ਜਿੰਨੇ ਸੀਨੀਅਰ ਬੰਦੇ ਆ, ਸਿਆਣੇ ਬੰਦੇ ਆ, ਸਮਝਦਾਰ ਹੈ, ਜਥੇਦਾਰ ਹੈ, ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਪਾ ਦਿਓ। ਜਦੋਂ ਸੰਤ ਇਕੱਲੇ ਰਹਿ ਗਏ ਫਿਰ ਇਹਨਾਂ ਨਾਲ ਨਜਿੱਠਾਂਗੇ। ਕੁਝ ਦਿਨਾਂ ਬਾਅਦ ਸੰਤਾਂ ਦੀ ਇੱਕ ਜੀਪ ਸੰਤ ਬਾਬਾ ਉੱਤਮ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੂੰ ਛੱਡਣ ਵਾਸਤੇ ਖਡੂਰ ਸਾਹਿਬ ਗਈ ਤੇ ਮੁੜਦਿਆਂ ਨੂੰ ਉਹਦੇ 'ਚ ਜਿਹੜੇ ਬੰਦੇ ਸਵਾਰ ਸੀ
ਭਾਈ ਜਗੀਰ ਸਿੰਘ ਜੀ, ਭਾਈ ਨਰਿੰਦਰ ਸਿੰਘ ਜੀ, ਭਾਈ ਜੈਬ ਸਿੰਘ, ਇਹ ਸਾਰੇ ਫੜ ਲਏ। ਹਾਲਾਂਕਿ ਦੇਖੋ ਜੀਪ ਦੇ ਕਾਗਜ਼ ਸਾਰੇ ਹੈਗੇ ਆ, ਜਿਹੜੇ ਉਹਨਾਂ ਕੋਲ ਹਥਿਆਰ ਹੈ ਉਹ ਰਿਵਾਲਵਰ ਦੇ ਕਾਗਜ਼ ਹੈਗੇ, ਲਾਇਸੈਂਸ ਹੈਗਾ। ਪਰ ਫਿਰ ਵੀ ਜਿਹੜਾ ਹੁਣ ਮਿਨੋਰਟੀ ਕਮਿਸ਼ਨ ਦਾ ਮੁਖੀ ਬਣਿਆ ਨਾ ਇਕਬਾਲ ਸਿੰਘ, ਤੇ ਇਹ ਉਦੋਂ DSP ਸੀ, ਇਹਨੇ ਫੜੇ ਸੀਗੇ, ਜਾਣਦੇ ਸਭ ਕੁਝ ਸੀਗੇ। ਪਰ ਉੱਪਰੋਂ ਜੋ ਹੁਕਮ, ਅਗਲੇ ਦਿਨ ਸੰਤਾਂ ਨੇ ਕਿਹਾ ਵੀ ਭਾਈ ਅਮਰੀਕ ਸਿੰਘ, ਬਾਬਾ ਥਾਰਾ ਸਿੰਘ, ਤੁਸੀਂ ਜਾਓ ਪੈਰਵਾਈ ਕਰੋ, ਵਕੀਲ ਕਰੋ, ਪਤਾ ਕਰੋ ਵੀ ਬੰਦੇ ਫੜੇ ਕਿਉਂ ਆ। ਜਦੋਂ ਪਤਾ ਕਰਨ ਗਏ ਇਹਨਾਂ ਨੂੰ ਵੀ ਫੜ ਲਿਆ। ਉਸ ਵੇਲੇ ਸੰਤ ਦਾ ਸਰੀਰ ਢਿੱਲਾ ਸੀ, ਪਰ ਉਸੇ ਹਾਲਤ ਵਿੱਚ ਉਸੇ ਦਿਨ ਜਾ ਕੇ ਸੰਤਾਂ ਨੇ ਮੋਰਚਾ ਲਾ ਦਿੱਤਾ। 19 ਜੁਲਾਈ 1982 ਨੂੰ ਮੋਰਚਾ ਲਾ ਦਿੱਤਾ ਕਿ ਰੋਜ਼ 51 ਸਿੰਘ ਜਾਣਗੇ। ਭਾਈ ਅਮਰੀਕ ਸਿੰਘ ਸਮੇਤ, ਬਾਬਾ ਥਾਰਾ ਸਿੰਘ ਸਮੇਤ ਸਾਰੇ ਸਿੰਘ ਜਿਹਨੇ ਹੁਣ ਤੱਕ ਜੇਲ੍ਹਾਂ 'ਚ ਬੈਠੇ ਨੇ, ਰਿਹਾ ਨਹੀਂ ਹੋ ਜਾਂਦੇ, ਉਦੋਂ ਤੱਕ ਮੋਰਚਾ ਚੱਲੇਗਾ। ਇਹਦੇ ਤੋਂ ਕੁਝ ਦਿਨ ਪਹਿਲਾਂ ਭਾਈ ਕੁਲਵੰਤ ਸਿੰਘ ਨਾਗੋ ਨੂੰ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਬੜਾ ਕੁਝ ਵਾਪਰਿਆ, ਇੰਨੇ ਸਮੇਂ 'ਚ ਦੱਸਿਆ ਨਹੀਂ ਜਾ ਸਕਦਾ। ਸਾਧ ਸੰਗਤ ਜੀ, ਫਿਰ ਮੋਰਚਾ ਚੱਲਿਆ। ਫਿਰ ਅਗਸਤ ਦੇ ਮਹੀਨੇ ਵਿੱਚ ਜਾ ਕੇ ਭਾਈ ਅਮਰੀਕ ਸਿੰਘ ਉਹਨਾਂ ਨੂੰ ਛੱਡ ਦਿੱਤਾ ਗਿਆ। ਕੇਸ ਹੀ ਕੋਈ ਨਹੀਂ ਸੀ ਨਾ, ਤੇ ਮੋਰਚਾ ਗਰਮ ਹੋ ਰਿਹਾ ਸੀ। ਜਿਹੜੀ ਅਰਦਾਸ ਮਹਾਂਪੁਰਖਾਂ ਨੇ ਕੀਤੀ ਸੀ ਕਿ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਮੋਰਚਾ ਲਾ ਰਹੇ ਹਾਂ, ਕੋਈ ਆਪਣੀ ਸ਼ੋਹਰਤ ਵਾਸਤੇ, ਆਪਣੀ ਵਡਿਆਈ ਵਾਸਤੇ, ਆਪਣੀ ਸ਼ੋਭਾ ਵਾਸਤੇ ਨਹੀਂ ਮੋਰਚਾ ਲਾ ਰਹੇ। ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹ ਮੋਰਚੇ ਨੂੰ ਕਾਮਯਾਬੀ ਬਖਸ਼ਿਓ। ਮੋਰਚਾ ਕਾਮਯਾਬ ਹੋਇਆ, ਸਿੰਘ ਰਿਹਾ ਹੋ ਗਏ। ਦੂਸਰੇ ਪਾਸੇ ਅਕਾਲੀ ਦਲ ਨੇ ਕਪੂਰੀ ਦਾ ਮੋਰਚਾ ਲਾਇਆ ਸੀ ਨਹਿਰ ਰੋਕਣ ਦਾ। ਉਹਨਾਂ ਨੇ ਸਲਾਹ ਕੀਤੀ ਕਿ ਆਪਾਂ ਮੋਰਚਾ ਇਕੱਠਾ ਕਰ ਲਈਏ। ਚਾਰਟ ਬਣਾਇਆ ਜਿਹਦੇ 'ਚ 28 ਮੰਗਾਂ ਸਨ। ਉਹਨੂੰ ਆਨੰਦਪੁਰ ਦਾ ਮਤਾ ਕਿਹਾ ਗਿਆ। ਕਹਿੰਦੇ ਇਹਨੂੰ ਆਧਾਰ ਮੰਨ ਕੇ ਆਪਾਂ ਸੰਘਰਸ਼ ਲੜਾਂਗੇ। ਸੰਤ ਮੰਨ ਗਏ, ਠੀਕ ਹੈ, ਜੇ ਪੰਥ ਦੀ ਗੱਲ ਹੈ ਤੇ ਭਾਈ ਅਸੀਂ ਤਿਆਰ ਹਾਂ। ਤੇ ਫਿਰ ਧਰਮ ਯੁੱਧ ਮੋਰਚਾ ਚੱਲਿਆ। ਸਹਿਜੇ ਸਹਿਜੇ ਦੁਨੀਆ ਦੇ ਵਿੱਚ ਧਰਮ ਯੁੱਧ ਮੋਰਚੇ ਦੀ ਗੱਲ ਚੱਲੀ। ਮੋਰਚੇ ਦਾ ਅਸਥਾਨ ਕੇਂਦਰਿਤ ਹੋਇਆ। ਕੇਂਦਰ ਦੇ ਵਿੱਚ ਗਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਇੱਕ ਲੀਡਰ ਦੇ ਰੂਪ ਵਿੱਚ ਕੇਂਦਰ ਹੋਏ। ਸੰਗਤਾਂ ਆਉਂਦੀਆਂ, ਸੰਤ ਪ੍ਰਚਾਰ ਕਰਦੇ 18-18 ਘੰਟੇ, ਕੇਸ ਰਖਾਉਂਦੇ, ਨਸ਼ੇ ਛਡਾਉਂਦੇ, ਬਾਣੀ ਨਾਲ ਜੋੜਦੇ, ਅੰਮ੍ਰਿਤ ਛਕਾਉਂਦੇ। ਬਹੁਤ ਚਰਚਾ ਚੱਲੀ, ਨੌਜਵਾਨਾਂ 'ਚ ਬੜਾ ਜੋਸ਼ ਹੋ ਗਿਆ। ਸਾਧ ਸੰਗਤ ਜੀ, ਇਹੋ ਜਿਹਾ ਇੱਕ ਮਾਹੌਲ ਬਣ ਗਿਆ ਸਕੂਲਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਬੱਸ ਅੱਡਿਆਂ ਦੇ ਵਿੱਚ, ਰੇਲਵੇ ਸਟੇਸ਼ਨਾਂ 'ਤੇ, ਆਮ ਸੱਥਾਂ ਦੇ ਵਿੱਚ ਗੱਲਾਂ ਚੱਲ ਪਈਆਂ। ਤੇ ਇੱਕ ਦੂਜੇ ਨੂੰ ਪੁੱਛਦੇ ਵੀ ਤੂੰ ਵਾਲੇ ਅੰਮ੍ਰਿਤ ਛਕਿਆ ਹੀ ਨਹੀਂ, ਇਹਦਾ ਮਤਲਬ ਤੂੰ ਵਾਲੇ ਸੰਤ ਜਰਨੈਲ ਸਿੰਘ ਨੂੰ ਮਿਲਿਆ ਹੀ ਨਹੀਂ। ਇੱਥੋਂ ਤੱਕ ਗੱਲਾਂ ਚੱਲ ਪਈਆਂ। ਸਾਧ ਸੰਗਤ, ਇਹ ਗੱਲ ਹੋਰ ਵੀ ਦੁਖਦਾਈ ਸੀ ਗੌਰਮੈਂਟ ਵਾਸਤੇ। ਤੇ 1983 ਵਿੱਚ ਨਗਰ ਪੰਚਾਇਤ ਦੀਆਂ ਚੋਣਾਂ ਆ ਗਈਆਂ। ਸੰਤਾਂ ਨੇ ਇੱਕ ਐਲਾਨ ਕੀਤਾ ਕਿ ਗੁਰੂ ਕੇ ਸਿੱਖੋ, ਐਵੇਂ ਸ਼ਰਾਬਾਂ ਪੀਣ ਲੱਗ ਪੈਂਦੇ, ਚੋਣਾਂ ਦੇ ਵਿੱਚ ਲੜਦੇ ਹੋ, ਧੜੇ ਪੈਦਾ ਕਰ ਲੈਂਦੇ ਹੋ, ਆਸ ਵਿਧੀ ਝਗੜਦੇ ਹੋ, ਛੱਡੋ ਸਾਰੀਆਂ ਲੜਾਈਆਂ, ਸਰਬਸੰਮਤੀ ਨਾਲ ਪੰਚਾਇਤਾਂ ਚੁਣੋ। ਜਿੱਥੇ ਸਰਬਸੰਮਤੀ ਨਹੀਂ ਹੁੰਦੀ, ਮੇਰੇ ਕੋਲ ਆਓ, ਮੈਂ ਕਰਾਵਾਂਗਾ। ਸਾਧ ਸੰਗਤ ਜੀ, ਸੈਂਕੜੇ ਪਿੰਡਾਂ ਦੀਆਂ ਸਰਬਸੰਮਤੀਆਂ ਮਹਾਂਪੁਰਖਾਂ ਨੇ ਕਰਾਈਆਂ। 5 ਮਿੰਟ ਵੀ ਨਹੀਂ ਲੱਗਦੇ ਸੀ ਸਰਬਸੰਮਤੀ ਹੋਣ ਨੂੰ। ਇਹਦੇ ਤੋਂ ਗੌਰਮੈਂਟ ਹੋਰ ਘਬਰਾਈ ਵੀ ਤੇ ਗੱਲ ਹੀ ਦੂਜੇ ਪਾਸੇ ਜਾ ਰਹੀ ਹੈ। ਸਾਧ ਸੰਗਤ ਜੀ, ਫਿਰ ਕੁਝ ਬਿਆਨ ਦੇਤਾ ਦਰਬਾਰਾ ਸਿੰਘ ਮੁੱਖ ਮੰਤਰੀ ਨੇ ਕਿ ਸੰਤ ਜਰਨੈਲ ਸਿੰਘ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਲੁਕਿਆ ਬਾਹਰ ਨਿਕਲ ਕੇ ਵਿਖਾਵੇ। ਇੱਕ ਦਿਨ ਦਿੱਤਾ, 2 ਦਿਨ ਅਖਬਾਰਾਂ 'ਚ ਛਪਿਆ। ਸੰਤਾਂ ਨੇ ਬੜੀ ਧੀਰਜ ਦੇ ਨਾਲ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਕਹਿਣਾ ਚਾਹੁੰਦਾ ਵੀ ਇੱਥੇ ਧਰਮ ਯੁੱਧ ਮੋਰਚਾ ਚੱਲਦਾ, ਇਸ ਕਰਕੇ ਮੈਂ ਇੱਥੇ ਬੈਠਾ ਹਾਂ। ਮੈਂ ਤੇ ਪਹਿਲਾਂ ਵੀ ਬਾਹਰ ਹੀ ਰਿਹਾ, ਪਰ ਜੇ ਤੂੰ ਪਰਖਣਾ ਹੀ ਚਾਹੁੰਦਾ ਤੇ ਮੇਰੇ ਨਾਲ ਦਿਨ ਮਿਥਲਾ ਦਿਨ, ਮੈਂ ਇੱਥੇ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਤੋਂ, ਅੰਮ੍ਰਿਤਸਰ ਸਾਹਿਬ ਤੋਂ ਬੋਲ ਕੇ ਪ੍ਰਚਾਰ ਕਰਕੇ ਜਾਵਾਂਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸੀਸਗੰਜ ਸਾਹਿਬ ਦਿੱਲੀ ਜਾਵਾਂਗਾ। ਅਗਲੇ ਦਿਨ ਉੱਥੋਂ ਵਾਪਸ ਆਵਾਂਗਾ। ਇੱਥੇ ਆ ਕੇ ਫੇਰ ਬੋਲਾਂਗਾ। ਮੈਨੂੰ ਤੂੰ ਕਿਤੇ ਵੀ ਰਸਤੇ 'ਚ ਗ੍ਰਿਫਤਾਰ ਕਰ ਸਕੇ, ਫੜ ਸਕੇ
ਤਾਂ ਫਿਰ ਤੁਹਾਡਾ ਮਨੋਰਥ ਪੂਰਾ ਹੋ ਜੂ, ਮੈਨੂੰ ਹੀ ਫੜਨਾ ਨਾ। ਤੇ ਜੇ ਨਾ ਫੜ ਸਕੋ ਤੇ ਫਿਰ ਇੰਦਰਾ ਗਾਂਧੀ ਤੋਂ ਲਿਖਾ ਕੇ ਲਿਆ ਵੀ ਧਰਮ ਯੁੱਧ ਮੋਰਚੇ ਦੀਆਂ 28 ਦੀਆਂ 28 ਮੰਗਾਂ ਮੰਨੀਆਂ ਜਾਣਗੀਆਂ। ਇਹ ਇੱਕ ਬਹੁਤ ਵੱਡਾ ਚੈਲੰਜ ਸੀ ਤੇ ਬਹੁਤ ਲੋਕ ਕਹਿੰਦੇ ਸੀ ਵੀ ਇਹ ਤਾਂ ਜੀ ਜਜ਼ਬਾਤੀ ਗੱਲ ਹੈ, ਨਾਕਾ ਲਾ ਕੇ ਜਿੱਥੇ ਮਰਜ਼ੀ ਫੜ ਲੈਣਗੇ। ਸੰਤਾਂ ਨੂੰ ਵੀ ਕਿਹਾ, ਸੰਤ ਕਹਿੰਦੇ ਕੋਈ ਨਹੀਂ ਭਾਈ, ਜੇ ਫੜ ਲੈਣ ਤੇ ਉਹਨਾਂ ਦਾ ਮਨੋਰਥ ਪੂਰਾ ਹੋ ਜਾਊਗਾ। ਜਦੋਂ ਦਰਬਾਰਾ ਸਿੰਘ ਨੂੰ ਕਿਹਾ ਕੀ ਖਿਆਲ ਹੈ ਤੇਰਾ, ਪ੍ਰੈਸ ਨੇ ਪੁੱਛਿਆ ਵੀ ਤੂੰ ਹੁਣ ਚੈਲੰਜ ਕਬੂਲ ਕਰ, ਤੇ ਉਹਨੇ ਕਿਹਾ ਵੀ ਨਹੀਂ ਹੋ ਸਕਦਾ ਮੈਥੋਂ ਫੜਿਆ ਹੀ ਨਾ ਜਾਵੇ। ਡਰ ਵੀ ਇਹ ਸੀਗਾ ਸਾਧ ਸੰਗਤ ਜੀ, ਗੱਲਾਂ ਐ ਸੀਗੀਆਂ ਜਿਹਦੇ ਕਰਕੇ ਇੱਕ ਤੋਂ ਦੂਜਾ ਸਟੈਪ ਚੁੱਕਿਆ ਤੁਹਾਨੂੰ ਕੁਚਲਣ ਵਾਸਤੇ। ਤੇ ਫਿਰ ਭਾਰਤ ਦਾ ਗ੍ਰਹਿ ਮੰਤਰੀ ਸੇਠੀ ਬਿਆਨ ਦਿੰਦਾ ਵੀ ਕਿਹੜਾ ਜਰਨੈਲ ਸਿੰਘ ਹੈ, ਉਹਨੂੰ ਗਲਮੇ ਤੋਂ ਫੜ ਲਿਆਵਾਂਗੇ। ਸੰਤਾਂ ਨੇ ਕਦੇ ਪਹਿਲਾਂ ਬਿਆਨ ਨਹੀਂ ਦਿੱਤਾ ਕਿਸੇ ਦੇ ਉਲਟ, ਹਾਂ ਜਵਾਬ ਜ਼ਰੂਰ ਦਿੱਤਾ। ਸੰਤਾਂ ਨੇ ਕਿਹਾ ਸੇਠੀ ਸਾਹਿਬ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਤੁਹਾਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ, ਪਰ ਜੇ ਤੁਸੀਂ ਚਾਹੁੰਦੇ ਆ ਵੀ ਗਲਮੇ ਤੋਂ ਫੜ ਕੇ ਸਾਨੂੰ ਇੱਥੋਂ ਧੂਲ ਕੇ ਬਾਹਰ ਲੈ ਜਾਓਗੇ, ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰਾਂ ਚੂੜੀਆਂ ਪਾ ਕੇ ਨਹੀਂ ਬੈਠੇ, ਤੇ ਜੇ ਗਲਮੇ ਨੂੰ ਹੱਥ ਵੀ ਲਾ ਜਾਵੇਂ ਤੂੰ ਆਪ ਲੋਕਾਂ ਦੇ ਪੁੱਤਰ ਨਾ ਮਰਵਾਈ। ਅਗਲੇ ਦਿਨ ਹੀ ਪਾਰਲੀਮੈਂਟ ਦੇ ਵਿੱਚ ਬਿਆਨ ਬਦਲ ਲਿਆ, ਕਹਿੰਦੇ ਮੈਂ ਸੰਤਾਂ ਨੂੰ ਆਏ ਨਹੀਂ ਸੀ ਕਿਹਾ। ਸਾਧ ਸੰਗਤ ਜੀ ਫਿਰ ਸਕੀਮਾਂ ਬਣੀਆਂ। ਚਤਰਾਕਾ ਦੇ ਵਿੱਚ ਇੱਕ ਮਾਡਲ ਬਣਾ ਕੇ ਹਰਿਮੰਦਰ ਸਾਹਿਬ ਦਾ ਸਿਖਲਾਈਆਂ ਦਿੱਤੀਆਂ ਗਈਆਂ ਕਿ ਹੁਣ ਹਰਿਮੰਦਰ ਸਾਹਿਬ ਤੇ ਅਟੈਕ ਕਿਵੇਂ ਕਰਨਾ ਹੈ। ਸਿਖਲਾਈਆਂ ਤੋਂ ਬਾਅਦ ਫੌਜਾਂ ਚਾੜੀਆਂ ਗਈਆਂ, ਜਰਨਲ ਨਿਯੁਕਤ ਕੀਤੇ ਗਏ। ਬਹੁਤ ਸਾਰੇ ਜਰਨਲਾਂ ਨੇ ਜਵਾਬ ਦੇ ਦਿੱਤਾ ਕਿ ਅਸੀਂ ਰੱਬ ਦੇ ਘਰ ਤੇ ਹਮਲਾਵਰ ਨਹੀਂ ਹੋ ਸਕਦੇ, ਬਦਲੇ ਗਏ ਉਹ। ਤੇ ਫਿਰ ਜਨਰਲ ਸੁੰਦਰ ਜੀ, ਜਨਰਲ ਬਰਾੜ, ਜਨਰਲ ਦਿਆਲ ਆਦਿਕ ਇਹਨਾਂ ਦੀ ਡਿਊਟੀ ਲਾ ਦਿੱਤੀ ਗਈ। ਇਹ ਆਪੋ ਆਪਣੀਆਂ ਬਖਤਰਬੰਦ ਗੱਡੀਆਂ, ਸਾਜੋ ਸਮਾਨ, ਟੈਂਕ, ਤੋਪਾਂ ਲੈ ਕੇ ਪਹੁੰਚ ਗਏ। ਸਾਧ ਸੰਗਤ ਜਿਹੜੇ ਖਾਸੇ ਵਾਲੇ ਪਾਸੇ ਜਿੱਧਰ ਖਾਲਸਾ ਕਾਲਜ ਹੈ ਨਾ, ਇਸ ਪਾਸੇ ਮਿਲਟਰੀ ਕੈਂਟ ਹੈ, ਉੱਥੇ ਇੱਕ ਮੀਟਿੰਗ ਹੋਈ। ਇਹ ਮੀਟਿੰਗ ਮਈ 28-29 ਦੇ ਇੱਥੇ ਕਿ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਕੌਣ ਸੀ? ਮੀਟਿੰਗ ਦੇ ਵਿੱਚ ਸੀ ਇਹ ਤਿੰਨੇ ਜਰਨਲ ਸੀਗੇ ਤੇ 4 ਸਰਦਾਰ ਸੀ, ਜਿਹਦੇ 'ਚ ਜ਼ਿਲ੍ਹੇ ਦਾ ਡੀਸੀ ਸਰਦਾਰ ਗੁਰਦੇਵ ਸਿੰਘ ਬਰਾੜ, ਇੰਟੈਲੀਜੈਂਸੀ ਅਫੀਸਰ ਸੀ ਮਹਿੰਦਰਪਾਲ ਸਿੰਘ ਔਲਖ, ਇੱਕ ਬ੍ਰਿਗੇਡੀਅਰ ਸੀਗਾ GS ਘੁੰਮਣ, GS ਪੰਧੇਰ, ਤੇ ਇੱਕ ਕਰਨਲ ਸੀ ਅਵਤਾਰ ਸਿੰਘ ਅਟਵਾਲ। ਇਹ 7-8 ਬੰਦਿਆਂ ਦੀ ਮੀਟਿੰਗ ਹੋਈ। ਪੁੱਛਿਆ ਕੀ ਗੱਲ ਹੈ, ਕਹਿੰਦੇ ਹਰਿਮੰਦਰ ਸਾਹਿਬ ਚੋਂ ਅੱਤਵਾਦੀ ਕੱਢਣੇ ਨੇ। ਪੁੱਛਿਆ ਵੀ ਕਿਹੜੇ ਅੱਤਵਾਦੀ? ਸਰਦਾਰ ਗੁਰਦੇਵ ਸਿੰਘ ਕਹਿੰਦਾ ਵੀ ਕਿਹਨੂੰ ਅੱਤਵਾਦੀ ਕਹਿੰਦੇ? ਰੋਜ਼ ਤੇ ਅਸੀਂ ਮਿਲਦੇ ਹਾਂ ਉਹਨਾਂ ਨੂੰ, ਰੋਜ਼ ਉਹ ਸੰਗਤਾਂ ਨੂੰ ਮਿਲਦੇ, ਜਿਹੜਾ ਮਰਜ਼ੀ ਜਾ ਕੇ ਮਿਲ ਲਵੇ, ਪ੍ਰੈਸ ਨੂੰ ਮਿਲਦੇ ਨੇ, ਸਟੇਜ ਤੇ ਬੋਲਦੇ ਨੇ। ਅੱਤਵਾਦੀ ਇਹੋ ਜਿਹੇ ਹੁੰਦੇ ਨੇ। ਕਹਿੰਦੇ ਤੂੰ ਚੁੱਪ ਰਹਿ, ਤੁਸੀਂ ਸਾਨੂੰ ਇੱਕ ਗੱਲ ਦੱਸੋ ਵੀ ਜੇ ਪੂਰੀ ਦੀ ਪੂਰੀ ਫੌਜ ਚੜ੍ਹਾਈ ਕਰੇ ਤਾਂ ਕਿੰਨੇ ਸਮੇਂ ਦੇ ਵਿੱਚ ਸੰਤ ਜਰਨੈਲ ਸਿੰਘ ਦੇ ਸਾਥੀ ਆਪਣੇ ਆਪ ਨੂੰ ਫੌਜ ਦੇ ਹਵਾਲੇ ਕਰ ਦੇਣਗੇ? ਉਹੋ ਜਿਹਾ ਮਾਹੌਲ ਪਹਿਲਾਂ ਹੀ ਅਸੀਂ ਪੈਦਾ ਕਰ ਦਾਂਗੇ। ਤੇ ਇਹਨਾਂ ਸਾਰੇ ਸਰਦਾਰ ਅਫਸਰਾਂ ਨੇ ਕਿਹਾ ਤੁਸੀਂ ਬਹੁਤ ਵੱਡੇ ਭੁਲੇਖੇ 'ਚ ਹੋ। ਪਹਿਲੀ ਗੱਲ ਤੇ ਸਰਦਾਰ ਗੁਰਦੇਵ ਸਿੰਘ ਕਹਿੰਦਾ ਜਿਹੜੇ ਮੇਰੇ ਤੁਸੀਂ ਜ਼ਿੰਮੇ ਲਾਉਣੇ ਆ ਕਿ ਮੈਂ ਤੁਹਾਨੂੰ ਲਿਖ ਕੇ ਇਜਾਜ਼ਤ ਦੇਵਾਂ ਵੀ ਤੁਸੀਂ ਇਹ ਆਪਰੇਸ਼ਨ ਕਰ ਸਕਦੇ ਹੋ, ਮੇਰੀ ਲੋੜ ਤੇ ਹੈ ਨਹੀਂ ਤੁਹਾਨੂੰ, ਪਰ ਮੈਂ ਇਹਨਾਂ ਆਪਣੇ ਹੱਥਾਂ ਨਾਲ ਤੁਹਾਨੂੰ ਲਿਖ ਕੇ ਇਜਾਜ਼ਤ ਕਦੇ ਵੀ ਨਹੀਂ ਦੇਵਾਂਗਾ। ਉਹਨੇ ਰਿਜ਼ਾਈਨ ਕਰ ਦਿੱਤਾ, ਰਿਜ਼ਾਈਨ ਪ੍ਰਵਾਨ ਨਾ ਕੀਤਾ, ਛੁੱਟੀ ਭੇਜ ਦਿੱਤਾ। ਫਿਰ GS ਪੰਧੇਰ ਨੇ ਕਿਹਾ ਕਿ ਅਸੀਂ ਮਿਲਦੇ ਹਾਂ, ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਮਿਲਦੇ ਹਾਂ, ਉਹ ਕਦਾਚਿਤ ਤੁਹਾਡੇ ਸਾਹਮਣੇ ਸਰੈਂਡਰ ਨਹੀਂ ਕਰੇਗਾ। ਜਿਹੜੀਆਂ ਤੁਸੀਂ ਚੰਦ ਮਿੰਟਾਂ ਦੀਆਂ, ਚੰਦ ਘੰਟਿਆਂ ਦੀਆਂ ਸਕੀਮਾਂ ਸੋਚਦੇ ਹੋ, ਇਹ ਤੁਹਾਨੂੰ ਉਲਟੀਆਂ ਪੈਣੀਆਂ ਤੇ ਬੜਾ ਵੱਡਾ ਨੁਕਸਾਨ ਹੋਣਾ ਹੈ। ਦੂਜੇ ਜਰਨਲ ਤੇ ਚੁੱਪ ਰਹੇ। ਜਰਨਲ ਬਰਾੜ ਨੇ ਦੋਨੇ ਪੈਰ ਚੱਕ ਕੇ ਧਰਤੀ ਤੇ ਮਾਰੇ ਪਟਕੇ
ਚੀਕਿਆ ਕਰਲਾਇਆ, ਕਹਿੰਦਾ ਤੂੰ ਫੌਜ ਦਾ ਮਨੋਬਲ ਤੋੜਦਾ ਹੈ। ਦੇਖੀ ਜਦੋਂ ਤੋਪਾਂ ਚੱਲੀਆਂ, ਤੋਪਾਂ ਦੀ ਗੜਗੜਾਹਟ ਦੇ ਸਾਹਮਣੇ ਵੱਡੇ ਵੱਡੇ ਯੋਧਿਆਂ ਦੀਆਂ ਪਤਲੂਨਾਂ ਗਿੱਲੀਆਂ ਹੋ ਜਾਂਦੀਆਂ। ਸੰਤ ਜਰਨੈਲ ਸਿੰਘ ਕੀ ਆ ਇਹਦੇ ਤੇ ਮਹਿੰਦਰਪਾਲ ਸਿੰਘ ਔਲਖ ਨੇ ਕਿਹਾ ਕਿ ਮੈਂ ਪ੍ਰੋੜਤਾ ਕਰਦਾ ਜੀ ਇਸ ਪੰਧੇਰ ਦੀ। ਤੁਸੀਂ ਭੁਲੇਖੇ 'ਚ, ਉਹਨਾਂ ਨੇ ਕਿਹਾ ਵੀ ਸਰਦਾਰ ਤੇ ਸਾਰੇ ਇੱਕ ਪਾਸੇ ਗੱਲ ਕਰਦੇ। ਸਾਧ ਸੰਗਤ ਜੀ, ਕਿਸੇ ਦੀ ਗੱਲ ਨਾ ਸੁਣੀ। ਫਿਰ 30 ਤਰੀਕ ਨੂੰ 31 ਮਈ ਨੂੰ CRP ਤੋਂ ਗੋਲੀ ਚਲਵਾ ਕੇ 11 ਸਿੰਘ ਸ਼ਹੀਦ ਕਰ ਦਿੱਤੇ, ਜਿਹਦੇ 3 ਸਿੰਘ ਟਕਸਾਲ ਦੇ ਸੀ। ਬੱਬਰ ਖਾਲਸਾ ਦਾ ਭਾਈ ਮਹਿੰਗਾ ਸਿੰਘ ਸੀ, 2 ਸ਼ਰਧਾਲੂ ਸੀ ਤੇ 2 ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸੀ। ਬਿਨਾਂ ਕਿਸੇ ਗੱਲ ਤੋਂ ਫਿਰ 2 ਦਿਨ ਤਿਆਰੀ ਕੀਤੀ। ਵੱਡੀਆਂ ਵੱਡੀਆਂ ਤੋਪਾਂ ਉੱਚੀਆਂ ਬਿਲਡਿੰਗਾਂ ਤੇ ਲਿਆ ਕੇ ਬੀੜ ਲਈਆਂ ਵੀ ਇੱਥੋਂ ਫਾਇਰਿੰਗ ਕੀਤੀ ਤੇ ਆਪੇ ਡਰ ਜਾਣਗੇ। 3 ਤਰੀਕ ਨੂੰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀ ਤੇ ਸ਼ਹੀਦੀ ਪੁਰਬ ਮਨਾਉਣ ਵਾਸਤੇ ਬੇਅੰਤ ਸੰਗਤਾਂ ਆਈਆਂ ਹੋਈਆਂ ਸਨ। ਉਸ ਦਿਨ ਅੰਧਾ ਧੁੰਦ ਗੋਲੀ ਚਲਾ ਕੇ ਬੇਅੰਤ ਸ਼ਰਧਾਲੂ ਸ਼ਹੀਦ ਕੀਤੇ ਤੇ ਉਸੇ ਰਾਤ ਨੂੰ ਸਕੀਮ ਬਣਾ ਲਈ ਕਿ 2200 ਗੋਤਾਖੋਰ ਬੰਦੇ ਘੰਟਾ ਘਰ ਵਾਲੇ ਪਾਸੇ ਤੋਂ ਅੰਦਰ ਪ੍ਰਵੇਸ਼ ਹੋ ਕੇ ਸਰੋਵਰ ਦੇ ਵਿੱਚ ਦੀ ਤੈਰ ਕੇ ਹਰਿਮੰਦਰ ਸਾਹਿਬ ਚਲੇ ਜਾਣਗੇ। ਜਿੰਨੇ ਬੰਦੇ ਉੱਥੇ ਹੋਏ ਉਹਨਾਂ ਨੂੰ ਖਤਮ ਕਰ ਦਿੱਤਾ ਜਾਏਗਾ, ਉਹਨਾਂ ਦੇ ਹਥਿਆਰ ਕੈਪਚਰ ਕਰ ਲਏ ਜਾਣਗੇ। ਜੇ ਉੱਥੇ ਹਥਿਆਰ ਨਾ ਹੋਏ ਤਾਂ ਜਿਹੜੇ ਸਾਡੇ ਹਥਿਆਰ ਆ ਉਹ ਵਿਖਾਵਾਂਗੇ ਵੀ ਦੇਖੋ ਹਰਿਮੰਦਰ ਸਾਹਿਬ ਦੇ ਵਿੱਚ ਵੀ ਹਥਿਆਰ ਰੱਖੇ ਸੀ। ਇਹ ਝੂਠ ਬੋਲਾਂਗੇ। ਇਹ ਸਕੀਮ ਬਣਾ ਲਈ। ਸਾਧ ਸੰਗਤ ਜੀ, ਦੂਜੇ ਪਾਸੇ ਧੰਨ ਸੀ ਭਾਈ ਅਮਰੀਕ ਸਿੰਘ ਵਰਗੇ ਯੋਧੇ, ਜਰਨਲ ਸਬੇਗ ਸਿੰਘ ਵਰਗੇ ਜਰਨਲ, ਜਿਨ੍ਹਾਂ ਨੇ ਕਈ ਦਿਨਾਂ ਤੋਂ ਪਿੱਛੇ ਤਿਆਰੀ ਕਰ ਰੱਖੀ ਸੀ। ਬਹੁਤ ਤਕੜੀ ਸਿਖਲਾਈ ਦਿੱਤੀ ਸੀ ਵੀ ਇੱਕ ਵੀ ਫਾਇਰ ਨਹੀਂ ਕਰਨਾ ਜਦੋਂ ਤੱਕ ਆਰਡਰ ਨਾ ਹੋਵੇ। ਸਾਧ ਸੰਗਤ ਜੀ, ਉਸ ਪਾਸੇ ਮੋਰਚਾਬੰਦੀ ਕੀਤੀ ਹੋਈ ਸੀ। ਜਿਹੜੇ ਪੁੱਛਦੇ ਆ ਨਾ ਵੀ ਕਿਉਂ ਹਰਿਮੰਦਰ ਸਾਹਿਬ 'ਚ ਮੋਰਚਾਬੰਦੀ ਕਿਉਂ ਕੀਤੀ? ਸਾਧ ਸੰਗਤ ਜੀ, ਹਰਿਮੰਦਰ ਸਾਹਿਬ ਤੋਂ ਫੌਜਾਂ ਤਾਂ ਨਹੀਂ ਚੜ੍ਹ ਕੇ ਗਈਆਂ, ਪਰ ਜਿਹੜਾ ਚੜ੍ਹ ਕੇ ਆਇਆ ਹੈ ਉਹਨੂੰ ਤਾਂ ਉਹੋ ਜਿਹਾ ਪ੍ਰਸ਼ਾਦ ਦੇਣਾ ਸੀ ਕਿ ਨਹੀਂ ਦੇਣਾ ਸੀ? ਜਾਂ ਸਾਰੀ ਸਿੰਘਾਂ ਨੂੰ, ਸੰਗਤਾਂ ਨੂੰ, ਸੰਤਾਂ ਨੂੰ, ਟਕਸਾਲ ਨੂੰ ਫੜ ਕੇ ਲੈ ਜਾਂਦੇ, ਫੇਰ ਆਪਾਂ ਖੁਸ਼ ਹੁੰਦੇ? ਨਹੀਂ ਭਾਈ, ਇਹ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਸਾਨੂੰ ਸਬਕ ਸਿਖਾਇਆ ਸੀ ਵੀ ਜੇ ਇਹੋ ਜਿਹਾ ਮੌਕਾ ਆਣ ਬਣੇ ਤਾਂ ਫਿਰ ਕੀ ਕਰਨਾ ਹੈ। ਸਾਧ ਸੰਗਤ ਜੀ, ਉਹ ਸਿਖਲਾਈ ਸੁਦਾ ਗੁਰੂ ਕੇ ਸਿੰਘਾਂ ਦੀਆਂ ਡਿਊਟੀਆਂ ਲੱਗੀਆਂ। ਜਦੋਂ ਟਿਕੀ ਰਾਤ ਤੇ ਗੋਤਾਖੋਰ ਲੋਕ, ਇਹ ਕਮਾਂਡੋ ਘੰਟਾ ਘਰ ਤੋਂ ਪ੍ਰਵੇਸ਼ ਹੋ ਕੇ ਥੋੜਾ ਜਿਹਾ ਅੱਗੇ ਲੰਘੇ, ਇਹ ਸਭ ਦੇ ਸਭ ਗੋਲੀਆਂ ਦੇ ਨਿਸ਼ਾਨੇ ਬਣਾ ਕੇ ਭੁੰਨ ਦਿੱਤੇ ਗਏ। ਫਿਰ ਕੀ ਸੀ? ਫਿਰ ਖਾਨਿਓ ਗਈ ਵੀ ਇਹ ਗੱਲ ਛੋਟੀ ਨਹੀਂ। ਫਿਰ ਜੀ ਇਸ ਬੰਧੇਰ ਦੀਆਂ ਗੱਲਾਂ ਚੇਤੇ ਆਈਆਂ, ਫਿਰ ਔਲਖ ਦੀਆਂ ਗੱਲਾਂ, ਅਟਵਾਲ ਦੀਆਂ ਗੱਲਾਂ ਚੇਤੇ ਆਈਆਂ। ਸਾਧ ਸੰਗਤ ਜੀ, ਫਿਰ ਤੋਪਾਂ ਦਾ ਯੁੱਧ ਹੋਇਆ। 12 ਟੈਂਕ ਲਿਆ ਕੇ ਸ੍ਰੀ ਹਰਿਮੰਦਰ ਸਾਹਿਬ ਨੂੰ 4 ਸਪੀਰਿਓ ਘੇਰ ਕੇ। ਸਾਧ ਸੰਗਤ ਜੀ, ਫਿਰ ਇੱਥੇ ਵੀ ਗੱਲ ਮੁੱਕੀ ਨਹੀਂ, ਸਮਾਂ ਸਮਾਪਤ ਹੋ ਰਿਹਾ ਹੈ। ਸਾਧ ਸੰਗਤ ਜੀ, ਗੱਲ ਇੱਥੇ ਵੀ ਨਹੀਂ ਮੁੱਕੀ। ਦੁੱਖ ਭੰਜਨੀ ਬੇਰੀ ਦੇ ਕੋਲ ਲਿਆ ਕੇ ਇੱਕ ਟੈਂਕ ਨੇ ਸਿਰ 'ਚ ਲਾਈਟ ਮਾਰੀ ਅਕਾਲ ਤਖਤ ਤੇ। ਸਿਰ 'ਚ ਲਾਈਟ ਉਧਰ ਚੱਲਣ ਦੀ ਦੇਰ ਸੀ ਕਿ ਜਰਨਲ ਸਬੇਗ ਸਿੰਘ ਨੇ ਇੱਕ ਰਾਕਟ ਲਾਂਚਰ ਦੇ ਨਾਲ ਉਹ ਟੈਂਕ ਉਡਾਇਆ, ਸਿਰ 'ਚ ਲਾਈਟ ਭੰਨ ਦਿੱਤੀ। ਇੱਕ ਟੈਂਕ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਬੁੰਗੇ ਦੇ ਕੋਲ ਧਸ ਗਿਆ। ਤੇ ਫਿਰ 5 ਦੀ ਰਾਤ ਤੇ 6 ਦਾ ਦਿਨ ਸਾਧ ਸੰਗਤ ਜੀ ਦਾ ਕਿਸਾਨ ਦਾ ਯੁੱਧ ਹੋਇਆ। ਕੁਝ ਗੁਰੂ ਕੇ ਸਿੰਘ ਲੰਗਰ ਤੇ, ਕੁਝ ਦੀਵਾਨ ਹਾਲ ਤੇ, ਕੁਝ ਪ੍ਰਕਰਮਾਂ ਦੇ ਵਿੱਚ, ਕੁਝ ਉੱਚੀਆਂ ਬਿਲਡਿੰਗਾਂ ਤੇ, ਕੁਝ ਪਿੱਛੇ ਗੁਰੂ ਰਾਮਦਾਸ ਸਰਾਂ 'ਚ, ਅਕਾਲ ਰਿਸ਼ਟ ਹਾਊਸ 'ਚ, ਨਾਨਕ ਨਿਵਾਸ 'ਚ, ਜਿੰਨਾ ਕਿਸੇ ਤੋਂ ਸਰਿਆ ਬਣਿਆ ਯੁੱਧ ਲੜਿਆ ਗਿਆ। ਜਦੋਂ 6 ਦੀਆਂ ਵੀ ਸ਼ਾਮਾਂ ਪਈਆਂ ਤੇ ਕਿਤੋਂ ਕਿਤੋਂ ਆਵਾਜ਼ ਆ ਰਹੀ ਹੈ, ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, खेत जो मांडियो सूरमा अब जूझन को दाओ, सूरा सो पहचानिए जो लरा दीन के हेत, पुरजा पुरजा कट मरा कबू ना छाड़ा खेत। इस तरह ये युद्ध लड़िया। साध संगत जी, तोपां दी आवाज़ घट गई, गोलियां दी आवाज़ घट गई। समय के मुताबिक मैं बेनती करा कि सिखां दी आवाज़ दब गई नहीं। ਜਿਹੜੇ ਬਹੁਤ ਗਰੂਰ ਦੇ ਵਿੱਚ, ਹੰਕਾਰ ਦੇ ਵਿੱਚ ਹੁਕਮਰਾਨ ਹੁਕਮ ਦੇਣ ਵਾਲੇ ਸੀ, ਉਹ ਕਿਸੇ ਨੂੰ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਨੂੰ ਉੱਥੇ ਲਿਆ ਕੇ ਢਹਿ ਢੇਰੀ ਕਰ ਦਿੱਤਾ।
ਕਿਸੇ ਨੂੰ ਪੂਨੇ ਦੇ ਵਿੱਚ ਜਾ ਕੇ ਖਤਮ ਕਰ ਦਿੱਤਾ ਗਿਆ, ਲਾਭ ਕੀ ਹੋਇਆ? ਅੱਜ ਵੀ ਕੋਈ ਸੋਚਣ ਨੂੰ ਤਿਆਰ ਹੈ ਵੀ ਇੱਕ ਸਿੱਖ ਕੌਮ ਜਿਹੜੀ ਸਰਬੱਤ ਦਾ ਭਲਾ ਮੰਗਦੀ ਆ। ਸਾਧ ਸੰਗਤ ਜੀ, ਮਾਹਵਾਰੀ ਵਰਗੀਆਂ ਭੈੜੀਆਂ ਬਿਮਾਰੀਆਂ ਹੋਣ ਤੇ ਆਪਣੇ ਆਪ ਨੂੰ ਜ਼ਖਮ 'ਚ ਪਾ ਕੇ, ਜੋਖਮ 'ਚ ਪਾ ਕੇ ਸੇਵਾ ਕਰਦੇ ਨੇ ਤੇ ਸਾਨੂੰ ਜਲੀਲ ਕਰਦੇ ਆ। ਕਹਿੰਦੇ ਹੋ ਤੁਸੀਂ ਸਦਭਾਵਨਾ ਰੱਖੋ। ਸਦਭਾਵਨਾ ਐ ਨਹੀਂ ਹੁੰਦੀ ਵੀ ਇੱਕ ਕੌਮ ਦੀਆਂ ਭਾਵਨਾਵਾਂ ਕੁਚਲ ਕੇ ਫਿਰ ਸਦਭਾਵਨਾ ਪੈਦਾ ਕਰੋ। ਸਾਡੇ ਤਾਂ 30-30 ਸਾਲਾਂ ਦੇ ਬੰਦੀ ਜੇਲ੍ਹ 'ਚ ਬੈਠੇ ਨੇ, ਉਹਨਾਂ ਨੂੰ ਰਿਹਾ ਕਰਨ ਨੂੰ ਤਿਆਰ ਨਹੀਂ। ਸਾਡੀਆਂ ਭਾਵਨਾ ਕਿਵੇਂ ਸ਼ਾਂਤ ਹੋਣਗੀਆਂ? ਸਾਧ ਸੰਗਤ ਜੀ, ਜਿਹੜਾ ਧਰਮ ਯੁੱਧ ਮੋਰਚੇ ਤੇ ਜਿਹੜਾ ਯੁੱਧ ਲੜਿਆ ਗਿਆ ਉਹ ਜਿਉਂਦਾ ਤਿਉਂ ਹੈ, ਅੱਜ ਮੰਨਣ ਨੂੰ ਕੋਈ ਤਿਆਰ ਨਹੀਂ, ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ। ਭਾਵਨਾ ਕਿਵੇਂ ਠੰਡੀ ਹੋਵੇਗੀ? ਇਸ ਕਰਕੇ ਮੈਂ ਬੇਨਤੀ ਕਰਦਾ, ਸਲਾਹ ਦਿੰਦਾ ਭਾਰਤ ਦੀ ਸਰਕਾਰ ਨੂੰ ਕਿ ਇੱਥੇ ਸਰਕਾਰਾਂ ਬਦਲੀਆਂ, ਇੱਥੇ ਸਿਸਟਮ ਬਦਲੇ, ਬਿਊਰੋਕਰੇਟ ਬਦਲੇ, ਪਰ ਕਿਸੇ ਨੇ ਜਾ ਕੇ ਸਾਂਝੇ ਰੂਪ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਦਹਿਲੀਜ਼ਾਂ ਤੇ ਖਲੋ ਕੇ ਇਹ ਗੱਲ ਕਹੀ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਘਰ ਸ਼ਕਤੀ ਤੇ ਭਗਤੀ ਦਾ ਘਰ ਹੈ, ਇਹਦੇ ਤੇ ਸਾਡੇ ਰਾਜ ਦੇ ਵਿੱਚ ਤੋਪਾਂ ਚੱਲੀਆਂ, ਇੱਥੇ ਬਰਬਾਦੀ ਹੋਈ, ਉਹਦੇ ਲਈ ਅਸੀਂ ਖਿਮਾ ਦੇ ਜਾਚਕ ਹੈ, ਸਾਡੀ ਗਲਤੀ ਖਿਮਾ ਕਰ ਦਿਓ। ਕੋਈ ਬੋਲਿਆ ਨਹੀਂ। ਜਿਹੜੀ ਆਪੋਜੀਸ਼ਨ ਦੇ ਵਿੱਚ ਲੋਕ ਬੈਠੇ ਸੀ ਉਹ ਵੀ ਇੰਦਰਾ ਗਾਂਧੀ ਨੂੰ ਕਹਿੰਦੇ ਇਹ ਦੁਰਗਾ ਮਾਤਾ ਪੈਦਾ ਹੋਈ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਕੁਚਲਿਆ। ਸਾਧ ਸੰਗਤ ਜੀ, ਕੁਚਲ ਲਓ, ਇਹ ਸਿੱਖ ਖਤਮ ਨਹੀਂ ਹੋਣੇ। ਇੱਥੋਂ ਤੁਸੀਂ ਸਾਰੇ ਖਤਮ ਕਰ ਦਿਓ ਹਿੰਦੁਸਤਾਨ 'ਚ, ਇਹ ਤੇ ਅਮਰੀਕਾ 'ਚ ਬੈਠੇ ਨੇ। ਸਾਧ ਸੰਗਤ ਜੀ, ਕੈਨੇਡਾ 'ਚ ਮੰਤਰੀ ਬਣੇ ਬੈਠੇ ਨੇ, ਵੱਡੀਆਂ ਵੱਡੀਆਂ ਪਾਰਟੀਆਂ ਦੇ ਪ੍ਰਧਾਨ ਨੇ, ਦਮਾਲੇ ਸਜਾ ਕੇ ਬੈਠੇ ਨੇ, ਵੱਡੇ ਵੱਡੇ ਨਗਰ ਕੀਰਤਨ ਹੁੰਦੇ ਨੇ, ਕਾਨਫਰੰਸਾਂ ਹੁੰਦੀਆਂ ਨੇ। ਕਿੰਨਿਆਂ ਨੂੰ ਖਤਮ ਕਰ ਲਓਗੇ? ਇਹ ਰਾਹ ਛੱਡ ਦਿਓ। ਸਦਭਾਵਨਾ ਪੈਦਾ ਕਰਨੀ ਹੈ ਤੇ ਆਓ ਸਦਭਾਵਨਾ ਜਿਹਦੇ ਕੋਲ ਸ਼ਕਤੀ ਹੈ ਉਹ ਸਦਭਾਵਨਾ ਪੈਦਾ ਕਰ ਸਕਦਾ ਹੈ। ਤੇ ਆਓ ਇੱਕਦਮ ਸਾਰੇ ਸਾਡੇ ਕੈਦੀ 15-20 ਤੇ ਹੈਗੇ, ਸਾਰੇ ਛੱਡ ਦਿਓ ਸਾਰੇ, ਤੇ ਫਿਰ ਸਿੱਖ ਕੌਮ ਦੇ ਆਗੂਆਂ ਨੂੰ ਕਹੋ ਵੀ ਆਓ ਆਪਾਂ ਬੈਠ ਕੇ ਸਦਭਾਵਨਾ ਪੈਦਾ ਕਰੀਏ। ਅਸੀਂ ਵੀ ਚਾਹੁੰਦੇ ਹਾਂ ਵੀ ਜਿਸ ਦੇਸ਼ ਵਿੱਚ ਅਸੀਂ ਵਸਦੇ ਹਾਂ ਇਹ ਦੇਸ਼ ਤਕੜਾ ਹੋਵੇ, ਇਹ ਦੇਸ਼ ਦਾ ਪ੍ਰਧਾਨ ਮੰਤਰੀ ਸ਼ਕਤੀਸ਼ਾਲੀ ਹੋਵੇ, UNO ਦੇ ਵਿੱਚ ਉਹਦੀ ਗੱਲ ਹੋਵੇ। ਅਸੀਂ ਚਾਹੁੰਦੇ ਹਾਂ ਕਿ ਇਹ ਵਾਈਟ ਹਾਊਸ ਵਿੱਚ ਜਾਵੇ ਤੇ ਬਾਅਦ ਮੁਰਦਾਬਾਦ ਹੁੰਦੀ ਹੋਵੇ, ਅਸੀਂ ਚਾਹੁੰਦੇ ਹਾਂ। ਪਰ ਇਹਨੂੰ ਸੁਧਾਰੂਗਾ ਕੌਣ? ਇਹਨਾਂ ਤਮਾਮ ਗੱਲਾਂ ਤੇ ਆਪਾਂ ਨੂੰ ਨਜ਼ਰਸਾਨੀ ਕਰਨੀ ਚਾਹੀਦੀ ਹੈ, ਫਰਾਕ ਦਿਲੀ ਨਾਲ ਸੋਚਣਾ ਚਾਹੀਦਾ ਹੈ। ਜੇ ਅਸੀਂ ਇੱਕੋ ਦੇਸ਼ ਦੇ ਵਾਸੀ ਹਾਂ ਤੇ ਇੱਕੋ ਜਿਹਾ ਵਰਤਾਰਾ ਹੋਣਾ ਚਾਹੀਦਾ ਹੈ, ਇੱਕੋ ਜਿਹੇ ਕਾਨੂੰਨ ਹੋਣੇ ਚਾਹੀਦੇ ਹੈ, ਇੱਕੋ ਜਿਹੀ ਸਦਭਾਵਨਾ ਹੋਣੀ ਚਾਹੀਦੀ ਹੈ, ਤੇ ਫਿਰ ਸਦਭਾਵਨਾ ਦਾ ਮਾਹੌਲ ਸਿਰਜਿਆ ਜਾ ਸਕਦਾ ਹੈ। ਇਹ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ। ਸਮਾਂ ਥੋੜ੍ਹਾ ਜਿਹਾ ਅਰਦਾਸ ਵੱਧ ਲੈ ਗਿਆ ਕਿਉਂਕਿ ਇਹ ਇਤਿਹਾਸ ਹੀ ਇਹੋ ਜਿਹਾ ਅੱਜ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਤਮਾਮ ਸ਼ਹੀਦਾਂ ਦੀ ਇਸ ਘੱਲੂਘਾਰੇ ਦੀ ਯਾਦ ਵਿੱਚ ਅਖੰਡ ਪਾਠ ਹੋਏ, ਅਰਦਾਸਾਂ ਹੋਈਆਂ, ਤੇ ਉੱਥੇ ਦਮਦਮੀ ਟਕਸਾਲ ਦੇ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਵੀ ਬਹੁਤ ਵੱਡੇ ਸਮਾਗਮ ਹੋ ਰਹੇ ਨੇ। ਦੇਸ਼ ਵਿਦੇਸ਼ਾਂ ਦੇ ਵਿੱਚ ਸਮਾਗਮ ਹੋ ਰਹੇ ਨੇ। ਦਾਸ ਰਾਤ ਹੀ ਬੜੌਦਾ ਤੋਂ ਆਇਆ, ਬੜੀਆਂ ਵੱਡੀਆਂ ਸੰਗਤਾਂ ਨੇ ਇਕੱਠ ਕੀਤੇ, ਥਾਵਾਂ ਥਾਵਾਂ ਤੇ ਪੂਰੇ ਦੇਸ਼ ਦੇ ਵਿੱਚ ਹੀ ਹੋ ਰਹੇ ਨੇ। ਭਾਈ ਸਤਿਗੁਰੂ ਰਹਿਮਤ ਕਰੇ ਉਹਨਾਂ ਸਾਰੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਇਸ ਮਹਾਨ ਕਾਰਜ ਦੇ ਵਾਸਤੇ ਗੁਰਧਾਮਾਂ ਦੀ ਰੱਖਿਆ ਦੀ ਖਾਤਰ ਆਪਣਾ ਆਪ ਕੁਰਬਾਨ ਕੀਤਾ ਹੈ। ਉਹਨਾਂ ਨੂੰ ਕਰੋੜਾਂ ਵਾਰ ਪ੍ਰਣਾਮ ਹੈ। ਉਹਨਾਂ ਨੂੰ ਸੱਚੀ ਸ਼ਰਧਾਂਜਲੀ ਵੀ ਇਹ ਹੋਵੇਗੀ ਕਿ ਆਪਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸ਼ਕਤੀ ਪ੍ਰਦਾਨ ਕਰਨ, ਆਪਾਂ ਬਾਣੀ ਬਣਦੇ ਧਾਰਨੀ ਹੋਈਏ। ਉਹ ਗੁਰੂ ਕੇ ਸਿੱਖ ਜਿਹੜੇ ਸ਼ਹਾਦਤਾਂ ਪਾ ਗਏ ਉਹ ਬਾਣੀ ਦੇ ਨਿਤਨੇਮੀ ਸੀ, ਬਾਣੀ ਪੜ੍ਹਨ ਵਾਲੇ ਸੀ ਭਾਈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਤੇ ਕਿਰਪਾ ਕੀਤੀ ਹੈ। ਸੋ ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ, ਬੇਅੰਤ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਜੀ, ਬਹੁਤ ਲੰਬਾ ਇਤਿਹਾਸ ਹੈ, ਦਾਸ ਨੇ ਇਹਦੇ 'ਤੇ ਕਿਤਾਬ ਵੀ ਲਿਖੀ ਹੈ ਸੁਹਿਰਦ ਸੰਤ ਖਾਲਸਾ, ਪਰ ਉਹਨੂੰ ਅੱਧੇ ਪੌਣੇ ਘੰਟੇ ਦੇ ਵਿੱਚ ਵਰਣਨ ਕਰਨਾ ਬਹੁਤ ਔਖਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਜਿਹਨੇ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਉਹ ਕਿਤਾਬ ਵਿੱਚੋਂ ਲੈ ਸਕਦਾ ਹੈ। ਸਤਿਗੁਰੂ ਜੀ ਰਹਿਮਤ ਕਰਨ। ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬਾਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਵਾਏ ਹੈ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰਦੇ ਹਾਂ ਜੀ। ਆਦੇਸ ਤਿਸੈ ਆਦੇਸ
ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ